ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਬੱਚਿਓ। ਅੱਜ ਅਸੀਂ ਇਹ ਵੀਡੀਓ 10th ਕਲਾਸ ਲਈ ਅਪ੍ਰੈਲ ਮਈ ਸਿਲੇਬਸ ਦੇ ਅਕੋਰਡਿੰਗ ਬਣਾਉਣ ਜਾ ਰਹੇ ਹਾਂ। ਠੀਕ ਹੈ, ਅਸੀਂ 10th ਦਾ ਅੱਜ ਪਹਿਲਾ ਅਧਿਆਇ ਪੜ੍ਹਾਂਗੇ, ਜਿਸ ਦਾ ਕੀ ਨਾਮ ਹੈ ਰਸਾਇਣਿਕ ਕਿਰਿਆਵਾਂ ਅਤੇ ਸਮੀਕਰਨਾਂ, ਕੈਮੀਕਲ ਰਿਐਕਸ਼ਨਸ ਐਂਡ ਇਕੁਏਸ਼ਨਸ। ਚਲੋ ਫਿਰ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਪਹਿਲੇ ਅਧਿਆਇ ਦੇ ਨਾਲ। ਅਧਿਆਇ 1 ਰਸਾਇਣਿਕ ਕਿਰਿਆਵਾਂ ਅਤੇ ਸਮੀਕਰਨਾਂ, ਕੈਮੀਕਲ ਰਿਐਕਸ਼ਨਸ ਐਂਡ ਇਕੁਏਸ਼ਨਸ। ਠੀਕ ਹੈ, ਕਿਰਿਆਵਾਂ ਕਿਸ ਨੂੰ ਕਹਿੰਦੇ? ਰਿਐਕਸ਼ਨਸ। ਠੀਕ ਹੈ, ਸਮੀਕਰਨ ਕਿਹਨੂੰ ਕਹਿੰਦੇ ਆ? ਇਕੁਏਸ਼ਨਸ ਨੂੰ। ਠੀਕ ਹੈ, ਸਮਝ ਗਏ? ਕਿਰਿਆਵਾਂ ਰਿਐਕਸ਼ਨ, ਸਮੀਕਰਨਾਂ ਇਕੁਏਸ਼ਨ, ਰਸਾਇਣਿਕ ਕੈਮੀਕਲ ਕਹਿੰਦੇ ਆ। ਠੀਕ ਹੈ, ਇਹ ਸਾਡਾ ਚੈਪਟਰ ਹੈ ਜਿਹੜਾ ਕੈਮਿਸਟਰੀ ਦਾ ਚੈਪਟਰ ਹੈ। ਠੀਕ ਹੈ, ਰਸਾਇਣਿਕ ਵਿਗਿਆਨ ਦਾ ਚੈਪਟਰ ਹੈ। ਠੀਕ ਹੈ, ਆਪਣੇ ਰੋਜ਼ਾਨਾ ਜੀਵਨ ਨਾਲ ਸੰਬੰਧਿਤ ਹਾਲਤਾਂ ਵੱਲ ਧਿਆਨ ਦਿਓ ਅਤੇ ਸੋਚੋ ਕਿ ਕੀ ਹੁੰਦਾ ਹੈ ਜਦੋਂ ਗਰਮੀਆਂ ਵਿੱਚ ਕਮਰੇ ਦੇ ਤਾਪਮਾਨ ਤੇ ਦੁੱਧ ਨੂੰ ਖੁੱਲ੍ਹਾ ਛੱਡ ਦਿੱਤਾ ਜਾਂਦਾ ਹੈ। ਦੁੱਧ ਫਟ ਜਾਂਦਾ। ਲੋਹੇ ਦਾ ਤਵਾ ਤਸਲੇ ਮੇਖ ਨੂੰ ਸਿੱਲੇ ਵਾਯੂਮੰਡਲ ਵਿੱਚ ਖੁੱਲ੍ਹਾ ਛੱਡ ਦਿੱਤਾ ਜਾਂਦਾ ਹੈ, ਜੰਗ ਲੱਗ ਜਾਂਦਾ। ਅਤੇ ਅੰਗੂਰਾਂ ਦਾ ਖਮੀਰਨ ਹੋ ਜਾਂਦਾ ਹੈ, ਅੰਗੂਰਾਂ ਤੋਂ ਸ਼ਰਾਬ ਬਣ ਜਾਂਦੀ ਹੈ। ਠੀਕ ਹੈ, ਭੋਜਨ ਪਕਾਇਆ ਜਾਂਦਾ ਹੈ ਅਤੇ ਸਾਡਾ ਸਰੀਰ ਭੋਜਨ ਪਚਾ ਲੈਂਦਾ ਹੈ, ਅਸੀਂ ਸਾਹ ਲੈਂਦੇ ਹਾਂ। ਹੁਣ ਕੀ ਹੈ, ਇਹਨਾਂ ਸਾਰੀਆਂ ਹਾਲਤਾਂ ਵਿੱਚ ਆਰੰਭਕ ਵਸਤੂ ਦੀ ਪ੍ਰਕਿਰਤੀ ਅਤੇ ਪਛਾਣ ਵਿੱਚ ਕੁਝ ਨਾ ਕੁਝ ਅੰਤਰ ਆ ਜਾਂਦਾ ਹੈ। ਠੀਕ ਹੈ, ਪਹਿਲਾਂ ਵਾਲੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਉਹ ਬਦਲ ਕੇ ਕੁਝ ਹੋਰ ਬਣ ਜਾਂਦੀਆਂ। ਠੀਕ ਹੈ, ਜਿਹੜੀ ਚੀਜ਼ ਪਹਿਲਾਂ ਸੀ ਹੁਣ ਉਹ ਨਹੀਂ ਰਹਿੰਦੀ, ਉਹ ਬਦਲ ਕੇ ਕੁਝ ਹੋਰ ਹੋ ਜਾਂਦੀ। ਠੀਕ ਹੈ, ਸਮਝ ਗਏ ਉਰੇ ਤੱਕ? ਹੁਣ ਅੱਗੇ ਕੀ ਹੈ, ਪਦਾਰਥਾਂ ਦੇ ਭੌਤਿਕ ਅਤੇ ਰਸਾਇਣਿਕ ਪਰਿਵਰਤਨਾਂ ਬਾਰੇ ਤੁਸੀਂ ਪਿਛਲੀਆਂ ਸ਼੍ਰੇਣੀਆਂ ਵਿੱਚ ਪੜ੍ਹ ਚੁੱਕੇ ਹੋ। ਇਹ ਤਾਂ ਅਸੀਂ ਪੜ੍ਹ ਚੁੱਕੇ ਹਾਂ ਨਾ ਪਿਛਲੀ ਕਲਾਸ ਦੇ ਵਿੱਚ, ਅਤੇ ਕਿਸ ਤਰ੍ਹਾਂ ਪਰਿਵਰਤਨ ਹੁੰਦੇ ਆ। ਠੀਕ ਹੈ, ਭੌਤਿਕ ਅਤੇ ਰਸਾਇਣਿਕ ਮਤਲਬ ਫਿਜ਼ੀਕਲ ਚੇਂਜ ਅਤੇ ਕੈਮੀਕਲ ਚੇਂਜ ਕਿਸ ਤਰ੍ਹਾਂ ਹੁੰਦੇ ਆ। ਠੀਕ ਹੈ, ਜਦੋਂ ਕੋਈ ਰਸਾਇਣਿਕ ਪਰਿਵਰਤਨ ਹੁੰਦਾ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਰਸਾਇਣਿਕ ਕਿਰਿਆ ਹੋਈ ਹੈ। ਜਦੋਂ ਕੋਈ ਰਸਾਇਣਿਕ ਪਰਿਵਰਤਨ ਹੋਇਆ ਤਾਂ ਅਸੀਂ ਕਿਹੜੀ ਕਿਰਿਆ ਕਹਿ ਦੇਣੀ? ਰਸਾਇਣਿਕ ਕਿਰਿਆ। ਕੈਮੀਕਲ ਚੇਂਜ ਹੋ ਗਿਆ ਤਾਂ ਕੈਮੀਕਲ ਰਿਐਕਸ਼ਨ ਹੋ ਗਿਆ ਮਤਲਬ। ਠੀਕ ਹੈ, ਸਮਝ ਗਏ? ਇੰਗਲਿਸ਼ ਵੀ ਅਸੀਂ ਨਾਲ ਨਾਲ ਕਰਦੇ ਜਾਵਾਂਗੇ। ਠੀਕ ਹੈ, ਅੱਗੇ ਤੁਸੀਂ ਸ਼ਾਇਦ ਸੋਚ ਰਹੇ ਹੋਵੋਗੇ ਕਿ ਰਸਾਇਣਿਕ ਕਿਰਿਆਵਾਂ ਦਾ ਅਸਲ ਮਤਲਬ ਕੀ ਹੈ। ਹੁਣ ਰਸਾਇਣਿਕ ਕਿਰਿਆ ਹੁੰਦੀ ਕੀ ਹੈ ਫਿਰ, ਹੈ ਨਾ? ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਕੋਈ ਰਸਾਇਣਿਕ ਕਿਰਿਆ ਵਾਪਰੀ ਹੈ? ਸਾਨੂੰ ਕਿੱਦਾਂ ਪਤਾ ਲੱਗਣਾ ਰਸਾਇਣਿਕ ਕਿਰਿਆ ਹੋਈ ਹੈ ਜਾਂ ਨਹੀਂ ਹੋਈ ਹੈ? ਕਿਹੜੀ ਕਿਰਿਆ ਹੋਈ, ਰਸਾਇਣਿਕ ਹੋਈ ਵੀ ਹੈ ਕਿ ਨਹੀਂ? ਇਹਨਾਂ ਪ੍ਰਸ਼ਨਾਂ ਦੇ ਉੱਤਰ ਪ੍ਰਾਪਤ ਕਰਨ ਲਈ ਆਓ ਅਸੀਂ ਕੁਝ ਕਿਰਿਆਵਾਂ ਕਰੀਏ। ਹੁਣ ਅਸੀਂ ਕੁਝ ਕਿਰਿਆਵਾਂ ਕਰਨੀਆਂ। ਠੀਕ ਹੈ, ਇਹਨਾਂ ਦਾ ਕੁਐਸਚਨਾਂ ਦਾ ਆਨਸਰ ਲੱਭਣ ਦੇ ਲਈ। ਠੀਕ ਹੈ, ਕੀ ਹੈ ਕਿਰਿਆ 1.1? ਸਾਵਧਾਨੀ। ਸਭ ਤੋਂ ਪਹਿਲਾਂ ਸਾਵਧਾਨੀ ਜ਼ਰੂਰੀ ਹੈ, ਕਿਉਂਕਿ ਬੱਚਿਆਂ ਨੂੰ ਪਤਾ ਨਹੀਂ ਹੁੰਦਾ, ਪਹਿਲੀ ਵਾਰ ਕਿਰਿਆ ਕਰ ਰਹੇ। ਠੀਕ ਹੈ, ਕਿਸ ਤਰ੍ਹਾਂ ਕਿਸ ਚੀਜ਼ ਨੂੰ ਫੜਨਾ ਹੈ। ਠੀਕ ਹੈ, ਕਿੱਦਾਂ ਹੈਂਡਲ ਕਰਨਾ ਕਿਸ ਚੀਜ਼ ਨੂੰ। ਠੀਕ ਹੈ, ਇਹ ਕਿਰਿਆ ਕਰਨ ਲਈ ਅਧਿਆਪਕ ਜੀ ਦੀ ਸਹਾਇਤਾ ਦੀ ਲੋੜ ਹੈ। ਅਧਿਆਪਕ ਦਾ ਹੋਣਾ ਜ਼ਰੂਰੀ ਹੈ। ਚੰਗਾ ਹੋਵੇਗਾ ਜੇਕਰ ਵਿਦਿਆਰਥੀ ਤੇਜ਼ ਰੋਸ਼ਨੀ ਦੇ ਬਚਾਓ ਵਾਲੀਆਂ ਐਨਕਾਂ ਪਹਿਨ ਲੈਣ। ਮਤਲਬ ਇੱਥੇ ਸਾਨੂੰ ਇੱਕ ਚੀਜ਼ ਦੀ ਜ਼ਰੂਰਤ ਹੈ, ਬਚਾਓ ਵਾਲੀਆਂ ਐਨਕਾਂ। ਬਚਾਓ ਵਾਲੀਆਂ ਐਨਕਾਂ। ਐਨਕਾਂ ਕੀ ਕਰਦੀਆਂ? ਅੱਖਾਂ ਨੂੰ ਬਚਾਉਂਗੀਆਂ। ਇਹਦਾ ਮਤਲਬ ਇਹ ਜਿਹੜਾ ਐਕਸਪੈਰੀਮੈਂਟ ਹੈ ਜਾਂ ਕਿਰਿਆ, ਇਹ ਜਿਹੜੀ ਐਕਟੀਵਿਟੀ ਹੈ, ਇਹਦੇ ਵਿੱਚ ਕੋਈ ਨਾ ਕੋਈ ਅਜਿਹੀ ਚੀਜ਼ ਹੋਣੀ ਜਿਹੜੀ ਅੱਖਾਂ ਨੂੰ ਪ੍ਰਭਾਵਿਤ ਕਰਦੀ ਹੈ ਨਾ, ਤਾਂ ਹੀ ਅਸੀਂ ਐਨਕਾਂ ਲਈਆਂ। ਲਗਭਗ 3.4 ਸੈਂਟੀਮੀਟਰ ਲੰਬੀ ਮੈਗਨੀਸ਼ੀਅਮ ਰਿਬਨ ਨੂੰ ਰੇਗਮਾਰਕ ਨਾਲ ਰਗੜ ਕੇ ਸਾਫ਼ ਕਰੋ। ਕੀ ਲੈਣਾ ਇੱਥੇ ਅਸੀਂ? ਮੈਗਨੀਸ਼ੀਅਮ ਰਿਬਨ। ਮੈਗਨੀਸ਼ੀਅਮ ਰਿਬਨ। ਹੁਣ ਆਹ ਦੇਖੋ ਡਾਇਗਰਾਮ 'ਚ, ਆਹ ਜਿਹੜਾ ਇਹਨੂੰ ਕੀ ਕਹਿੰਦੇ ਆ? ਚਿਮਟੀ। ਠੀਕ ਹੈ, ਚਿਮਟੀ ਦੇ ਨਾਲ ਆਹ ਫੜਿਆ ਹੋਇਆ, ਇਹਨੂੰ ਅਸੀਂ ਕਿਆ ਕਿਹਾ? ਮੈਗਨੀਸ਼ੀਅਮ ਰਿਬਨ। ਠੀਕ ਆ, ਜਿਹੜਾ ਫੜਿਆ ਹੋਇਆ ਨਾ ਚਿਮਟੀ ਦੇ ਨਾਲ, ਇਹਨੂੰ ਅਸੀਂ ਕਿਆ ਕਹਿੰਦੇ? ਮੈਗਨੀਸ਼ੀਅਮ ਰਿਬਨ। ਇਹਦੀ ਅਸੀਂ ਇੱਕ ਪੱਟੀ ਜਿਹੀ ਲਈ, ਰਿਬਨ ਕਹਿੰਦੇ ਜਿਹਨੂੰ। ਠੀਕ ਹੈ,
ਇਹਨੂੰ ਅਸੀਂ ਰੇਗਮਾਰਕ ਨਾਲ ਰਗੜ ਕੇ ਸਾਫ਼ ਕੀਤਾ। ਰੇਗਮਾਰਕ ਨਾਲ ਕਿਉਂ ਕੀਤਾ? ਕੀ ਹੁੰਦਾ, ਜਿਹੜੀ ਮੈਗਨੀਸ਼ੀਅਮ ਹੈ ਨਾ, ਇਹ ਜਿਹੜੀ ਪੱਟੀ ਹੁੰਦੀ ਹੈ ਮੈਗਨੀਸ਼ੀਅਮ ਦੀ, ਜੇਕਰ ਅਸੀਂ ਇਹਨੂੰ ਕੁਝ ਦੇਰ ਤੱਕ ਇਸੇ ਤਰ੍ਹਾਂ ਛੱਡ ਦਈਏ ਤਾਂ ਇਹਦੇ ਉੱਤੇ ਕੀ ਹੁੰਦਾ, ਟਾਈਮ ਦੇ ਨਾਲ ਇਹਦੇ ਉੱਤੇ ਮੈਗਨੀਸ਼ੀਅਮ ਆਕਸਾਈਡ ਦੀ ਲੇਅਰ ਜੰਮ ਜਾਂਦੀ। ਠੀਕ ਹੈ, ਇਹ ਅਸੀਂ ਇਹਦੇ ਵਿੱਚ ਕੀ ਕਰਨਾ, ਇਹਨੂੰ ਐਕਸਪੈਰੀਮੈਂਟ ਦਿਖ ਰਿਹਾ ਤੁਹਾਨੂੰ, ਇਹ ਕਿਆ ਹੋ ਰਿਹਾ, ਕਿਰਿਆ ਦੇ ਵਿੱਚ ਜਲਾ ਰਹੇ ਹਾਂ ਮੈਗਨੀਸ਼ੀਅਮ ਰਿਬਨ ਨੂੰ। ਹੁਣ ਕਿਆ ਹੁੰਦਾ, ਜਿਹੜੀ ਮੈਗਨੀਸ਼ੀਅਮ ਆਕਸਾਈਡ ਇਹਦੇ ਉੱਪਰ ਜੰਮ ਜਾਂਦੀ, ਉਹ ਉਹਨੂੰ ਜਲਾਉਣ 'ਚ ਪ੍ਰੋਬਲਮ ਕ੍ਰੀਏਟ ਕਰਦੀ, ਉਹਨੂੰ ਜਲਾਉਣ 'ਚ ਔਖਾ ਹੁੰਦਾ। ਠੀਕ ਹੈ, ਇਸ ਕਰਕੇ ਪਹਿਲਾਂ ਅਸੀਂ ਇਹਨੂੰ ਰੇਗਮਾਰਕ ਨਾਲ ਰਗੜ ਲਿਆ ਤਾਂ ਕਿ ਜਿਹੜੀ ਮੈਗਨੀਸ਼ੀਅਮ ਆਕਸਾਈਡ ਦੀ ਦੇ ਉੱਤੇ ਲੇਅਰ ਜੰਮੀ ਵੀ ਨਾ, ਇਸ ਦੇ ਉੱਤੇ ਮੈਗਨੀਸ਼ੀਅਮ ਰਿਬਨ ਦੇ ਉੱਤੇ ਜਿਹੜੀ ਲੇਅਰ ਜੰਮੀ ਵੀ ਉਹ ਰਗੜ ਕੇ ਸਾਫ਼ ਹੋ ਜਾਵੇ, ਪਿਓਰ ਮੈਗਨੀਸ਼ੀਅਮ ਮਿਲ ਜਾਵੇ ਸਾਨੂੰ। ਠੀਕ ਹੈ, ਸਾਫ਼ ਬਿਲਕੁਲ। ਇਸ ਨੂੰ ਚਿਮਟੀ ਨਾਲ ਪਕੜੋ, ਚਿਮਟੀ ਨਾਲ ਪਕੜ ਲਿਆ। ਇਸ ਨੂੰ ਸਪਿਰਿਟ ਲੈਂਪ ਜਾਂ ਬਰਨਰ ਦੀ ਸਹਾਇਤਾ ਨਾਲ ਜਲਾਓ। ਇਹ ਜਿਹੜਾ ਸਾਡੇ ਕੋਲ ਕਿਹਾ ਹੈ ਬਰਨਰ, ਠੀਕ ਹੈ, ਇੱਥੇ ਅਸੀਂ ਬਰਨਰ ਯੂਜ਼ ਕੀਤਾ ਵਾ। ਠੀਕ ਹੈ, ਉਹਦੀ ਸਹਾਇਤਾ ਨਾਲ ਅਸੀਂ ਇਹਨੂੰ ਕਿਆ ਕਰ ਰਹੇ ਹਾਂ, ਅੱਗ ਲਗਾ ਕੇ ਜਲਾ ਰਹੇ ਹਾਂ। ਠੀਕ ਹੈ, ਅਤੇ ਪੈਦਾ ਹੋਈ ਰਾਖ ਨੂੰ ਇੱਕ ਵਾਚ ਗਲਾਸ ਵਿੱਚ ਇਕੱਠੀ ਕਰੋ, ਜਿਵੇਂ ਕਿ ਚਿੱਤਰ 1.1 ਵਿੱਚ ਵਿਖਾਇਆ ਗਿਆ ਹੈ। ਹੁਣ ਅਸੀਂ ਕਿਆ ਕੀਤਾ, ਇਹਨੂੰ ਕਿਆ ਕਹਿੰਦੇ ਆ, ਆ ਜਿਹੜੀ ਕੋਲੀ ਜਿਹੀ ਹੈ, ਠੀਕ ਹੈ, ਇਹ ਕੱਚ ਦੀ ਹੁੰਦੀ। ਠੀਕ ਹੈ, ਇਹਨੂੰ ਅਸੀਂ ਕਿਆ ਕਹਿੰਦੇ, ਵਾਚ ਗਲਾਸ। ਠੀਕ ਹੈ, ਅਸੀਂ ਕਿਆ ਕੀਤਾ, ਇਹਨੂੰ ਜਦ ਜਲਾਇਆ, ਇਹਦੇ ਜਿਹੜੇ ਰਾਖ ਹੈ, ਇਹਦੀ ਆਹ ਰਾਖ ਦੀ, ਠੀਕ ਹੈ, ਇਹ ਰਾਖ ਇੱਥੇ ਆ ਕੇ ਇਕੱਠੀ ਹੋ ਗਈ। ਠੀਕ ਹੈ, ਜਦ ਇੱਥੇ ਆ ਕੇ ਇਕੱਠੀ ਹੋ ਗਈ, ਕਿਹਦੇ ਵਿੱਚ ਕੀਤੀ ਅਸੀਂ, ਵਾਚ ਗਲਾਸ ਦੇ ਵਿੱਚ। ਠੀਕ ਹੈ, ਕਿਆ ਇਕੱਠਾ ਕੀਤਾ, ਮੈਗਨੀਸ਼ੀਅਮ ਰਿਬਨ, ਉਹਨੂੰ ਜਲਾਇਆ। ਠੀਕ ਹੈ, ਜਲਾਉਣ ਤੋਂ ਬਾਅਦ ਕਿਆ ਹੋ ਗਿਆ, ਉਹਦੀ ਰਾਖ ਬਣ ਕੇ ਇੱਥੇ ਆ ਗਈ। ਅਸੀਂ ਮੈਗਨੀਸ਼ੀਅਮ ਰਿਬਨ ਦੀ ਜਿਹੜੀ ਰਾਖ ਹੈ ਉਹਨੂੰ ਇਕੱਠਾ ਕਰ ਲਿਆ। ਠੀਕ ਹੈ, ਹੁਣ ਕਿਆ ਬਣ ਗਿਆ, ਮੈਗਨੀਸ਼ੀਅਮ ਆਕਸਾਈਡ। ਆਹ ਆਕਸਾਈਡ ਕਿੱਥੇ ਤੋਂ ਆ ਗਿਆ, ਮੈਗਨੀਸ਼ੀਅਮ ਰਿਬਨ ਨੂੰ ਹਵਾ ਦੇ ਵਿੱਚ ਜਲਾਣਾ। ਇੱਥੇ ਹਵਾ ਤਾਂ ਹੈਗੀ ਹੋਈ ਹੈ, ਜਦ ਅਸੀਂ ਐਕਸਪੈਰੀਮੈਂਟ ਕਰਨਾ ਹਵਾ ਤਾਂ ਹੈਗੀ ਹੋਈ ਹੈ। ਹਵਾ 'ਚ ਆਕਸੀਜਨ ਨਾਲ ਮਿਲ ਕੇ, ਠੀਕ ਹੈ, ਗਰਮ ਹੋ ਕੇ ਆਕਸੀਜਨ ਨਾਲ ਮਿਲ ਕੇ ਮੈਗਨੀਸ਼ੀਅਮ ਰਿਬਨ ਦੀ ਰਾਖ ਬਣ ਗਈ, ਤੇ ਉਹ ਕਿਆ ਬਣ ਜਾਂਦਾ, ਮੈਗਨੀਸ਼ੀਅਮ ਆਕਸਾਈਡ ਬਣ ਜਾਂਦਾ। ਹੁਣ ਮੈਗਨੀਸ਼ੀਅਮ ਤੋਂ ਮੈਗਨੀਸ਼ੀਅਮ ਆਕਸਾਈਡ ਬਣ ਗਿਆ, ਮਤਲਬ ਨਵੀਂ ਚੀਜ਼ ਬਣ ਗਿਆ ਉਹ। ਠੀਕ ਹੈ, ਸਮਝ ਗਏ ਬੱਚਿਓ, ਮੈਗਨੀਸ਼ੀਅਮ ਤੋਂ ਕੀ ਬਣ ਗਿਆ, ਮੈਗਨੀਸ਼ੀਅਮ ਆਕਸਾਈਡ, ਨਵੀਂ ਚੀਜ਼ ਬਣ ਗਿਆ ਉਹ। ਠੀਕ ਹੈ, ਤੇ ਮੈਗਨੀਸ਼ੀਅਮ ਰਿਬਨ ਜਲਾਉਣ ਸਮੇਂ ਆਪਣੀਆਂ ਅੱਖਾਂ ਜਿੰਨੀ ਦੂਰ ਸੰਭਵ ਹੋਵੇ ਪਰੇ ਰੱਖੋ। ਹੁਣ ਇਹਦੇ ਵਿੱਚ ਕੀ ਕਿਹਾ, ਜਦ ਅਸੀਂ ਮੈਗਨੀਸ਼ੀਅਮ ਰਿਬਨ ਨੂੰ ਜਲਾਉਂਦੇ ਆ ਨਾ, ਬਹੁਤ ਤੇਜ਼ ਲਾਟ ਨਿਕਲਦੀ, ਜਿਹੜੀ ਸਾਡੀ ਅੱਖਾਂ ਨੂੰ ਖਰਾਬ ਕਰ ਸਕਦੀ ਹੈ। ਠੀਕ ਹੈ, ਇਸੇ ਕਰਕੇ ਲਿਖਿਆ ਹੋਇਆ ਵੀ ਸਾਨੂੰ ਚਸ਼ਮੇ ਲੈਣੇ ਜ਼ਰੂਰੀ ਹੈ ਨਾ, ਇਸ ਐਕਟੀਵਿਟੀ ਨੂੰ ਕਰਦੇ ਵੇਲੇ ਸਾਨੂੰ ਚਸ਼ਮੇ ਲੈਣੇ ਜ਼ਰੂਰੀ ਹੈ। ਠੀਕ ਹੈ, ਕਿਉਂਕਿ ਇਹਦੀ ਲਾਟ ਬਹੁਤ ਤੇਜ਼ ਹੁੰਦੀ, ਅੱਖਾਂ ਨੂੰ ਸਾਡੀ ਖਰਾਬ ਕਰ ਸਕਦੀ। ਜਿੱਦਾਂ ਬੈਲਡਿੰਗ ਵੇਲੇ ਲਾਈਟ ਨਿਕਲਦੀ ਨਾ, ਸਿੱਧਾ ਨਹੀਂ ਦੇਖ ਸਕਦੇ ਸੌਖਾ, ਉਸੇ ਤਰ੍ਹਾਂ ਹੁੰਦਾ ਇਹਦੇ ਵਿੱਚ ਵੀ। ਠੀਕ ਹੈ, ਸਮਝ ਗਏ ਬੱਚੋ, ਅੱਗੇ ਚੱਲੀਏ। ਅੱਗੇ ਕੀ ਆ, ਤੁਸੀਂ ਕੀ ਵੇਖਿਆ, ਅਸੀਂ ਕਿਆ ਦੇਖਿਆ ਇਸ ਐਕਸਪੈਰੀਮੈਂਟ ਦੇ ਵਿੱਚ, ਇਸ ਐਕਟੀਵਿਟੀ ਦੇ ਵਿੱਚ ਕੀ ਦੇਖਿਆ, ਤੁਸੀਂ ਜ਼ਰੂਰ ਵੇਖਿਆ ਹੋਵੇਗਾ ਕਿ ਮੈਗਨੀਸ਼ੀਅਮ ਰਿਬਨ ਅੱਖਾਂ ਨੂੰ ਚੰਧਿਆਉਣ ਵਾਲੀ ਤੇਜ਼ ਚਿੱਟੀ ਰੋਸ਼ਨੀ ਦਿੰਦਾ ਹੋਇਆ ਜਲਦਾ ਹੈ। ਠੀਕ ਹੈ, ਕਿਹੜੀ ਰੋਸ਼ਨੀ ਤੀ, ਤੇਜ਼ ਚਿੱਟੀ ਰੋਸ਼ਨੀ, ਸਫੇਦ ਰੋਸ਼ਨੀ ਦੇ ਨਾਲ ਜਲਦਾ ਹੋਇਆ ਜਿਹੜਾ ਮੈਗਨੀਸ਼ੀਅਮ ਰਿਬਨ ਹੈ, ਠੀਕ ਹੈ, ਉਹ ਦਿਖਿਆ ਸਾਨੂੰ। ਅਤੇ ਚਿੱਟੇ ਪਾਊਡਰ ਕਿਹੜੇ ਰੰਗ ਦਾ, ਤਾਂ ਚਿੱਟੇ ਪਾਊਡਰ ਵਿੱਚ ਪਰਿਵਰਤਿਤ ਹੋ ਜਾਂਦਾ ਹੈ। ਜਿਹੜੀ ਉਹਦੀ ਰਾਖ ਹੈ ਨਾ, ਉਹਨੂੰ ਅਸੀਂ ਪਾਊਡਰ ਕਹਿਤਾ। ਠੀਕ ਹੈ, ਚਿੱਟੇ ਰੰਗ ਦੀ ਰਾਖ ਜਾਂ ਚਿੱਟੇ ਪਾਊਡਰ ਦੇ ਵਿੱਚ ਉਹ ਕੀ ਹੋ ਗਿਆ, ਬਦਲ ਹੋ ਗਿਆ। ਸਮਝ ਗਏ ਉਰੇ ਤੱਕ? ਠੀਕ ਹੈ, ਚਿੱਟੇ ਪਾਊਡਰ ਦੇ ਵਿੱਚ ਬਦਲ ਗਿਆ। ਇਹ ਚਿੱਟਾ ਪਾਊਡਰ ਮੈਗਨੀਸ਼ੀਅਮ ਆਕਸਾਈਡ ਹੈ। ਹੁਣ ਇਹ ਚਿੱਟੇ ਪਾਊਡਰ ਦਾ ਕੀ ਨਾਮ ਰੱਖਿਆ ਸੀ, ਮੈਗਨੀਸ਼ੀਅਮ ਆਕਸਾਈਡ। ਠੀਕ ਹੈ, ਮੈਗਨੀਸ਼ੀਅਮ ਆਕਸਾਈਡ ਹੈ, ਜੋ ਕਿ ਮੈਗਨੀਸ਼ੀਅਮ ਅਤੇ ਹਵਾ ਵਿਚਲੀ ਆਕਸੀਜਨ ਦੀ ਆਪਸੀ ਕਿਰਿਆ ਦੇ ਸਿੱਟੇ ਵਜੋਂ ਪੈਦਾ ਹੋਇਆ ਹੈ। ਇਹ ਕਿਆ ਹੋਇਆ, ਕਹਿੰਦਾ ਮੈਗਨੀਸ਼ੀਅਮ ਹਵਾ 'ਚ ਜਿਹੜੀ ਆਕਸੀਜਨ ਹੈ ਉਹਦੇ ਨਾਲ ਮਿਲ ਕੇ ਜਿਹੜਾ ਮੈਗਨੀਸ਼ੀਅਮ ਆਕਸਾਈਡ ਬਣਿਆ। ਠੀਕ ਹੈ, ਇਹ ਕਿਰਿਆ ਹੋਈ, ਇਹ ਰਿਐਕਸ਼ਨ ਹੋਇਆ, ਫਿਰ ਉਹ ਕੀ ਬਣ ਗਿਆ, ਮੈਗਨੀਸ਼ੀਅਮ ਆਕਸਾਈਡ। ਸਮਝ ਗਏ ਉਰੇ ਤੱਕ? ਹੁਣ ਅੱਗੇ ਦੇਖੋ। ਹਾਂਜੀ ਬੱਚਿਓ, ਕਿਰਿਆ 1.2 ਦੇ ਵਿੱਚ ਕੀ ਹੈ, ਇੱਕ ਕੱਚ ਦੀ ਪਰਖ ਨਲੀ ਵਿੱਚ ਲੈਡ ਨਾਈਟ੍ਰੇਟ ਦਾ ਘੋਲ ਲਓ। ਅਸੀਂ ਕਿਆ ਲਿਆ, ਇੱਕ ਕੱਚ ਦੀ ਪਰਖ ਨਲੀ, ਟੈਸਟ ਟਿਊਬ ਦੇ ਵਿੱਚ ਕਿਆ ਲਿਆ, ਜਿਹੜੀ ਇਸ ਤਰ੍ਹਾਂ ਦੀ ਹੁੰਦੀ, ਕੁਛ ਪਰਖ ਨਲੀ ਕੁਛ ਇਸ ਤਰ੍ਹਾਂ ਦੀ ਹੁੰਦੀ ਹੈ ਨਾ। ਠੀਕ ਹੈ, ਟੈਸਟ ਟਿਊਬ ਦੇ ਵਿੱਚ, ਇਹਦੇ ਵਿੱਚ ਅਸੀਂ ਲੈਡ ਨਾਈਟ੍ਰੇਟ ਦਾ ਘੋਲ ਪਾ ਲਿਆ। ਠੀਕ ਹੈ, ਇਸ ਵਿੱਚ ਪੋਟਾਸ਼ੀਅਮ ਆਇਓਡਾਈਡ ਦਾ ਘੋਲ ਪਾਓ। ਫਿਰ ਅਸੀਂ ਕੀ ਕੀਤਾ, ਇਹਦੇ ਵਿੱਚ ਅਸੀਂ ਕੀ ਕੀਤਾ, ਪੋਟਾਸ਼ੀਅਮ ਆਇਓਡਾਈਡ ਦਾ ਘੋਲ ਇੱਕ ਹੋਰ ਪਾਤਾ। ਠੀਕ ਹੈ, ਤੁਸੀਂ ਕੀ ਵੇਖਦੇ ਹੋ, ਫਿਰ ਸਾਨੂੰ ਕੀ ਦਿਖਿਆ, ਹੁਣੇ ਆਉਂਦੇ ਆ ਥੋੜੀ ਦੇਰ ਤੱਕ, ਉੱਥੇ ਸਾਨੂੰ ਕੀ ਦਿਖਿਆ। ਪਰ ਇਹ ਜਿਹੜਾ ਐਕਸਪੈਰੀਮੈਂਟ ਹੈ ਨਾ,
ਇਹ ਜਿਹੜਾ ਦਿੱਤਾ ਹੋਇਆ, ਠੀਕ ਹੈ, ਚਿੱਤਰ 1.2 ਜਿਹੜਾ ਦਿਖਾਇਆ ਹੋਇਆ ਇਹ, ਠੀਕ ਹੈ, ਇਹ ਸਾਡਾ 1.3 ਕਿਰਿਆ ਦਾ, ਇਸ ਦਾ ਨਹੀਂ ਹੈਗਾ, ਲੇਖਾ ਨਾ ਖਾ ਲਿਓ, ਠੀਕ ਹੈ, ਇਹਦਾ ਨਹੀਂ ਦਿੱਤਾ ਹੋਇਆ। ਹੁਣ ਅਸੀਂ ਕਿਆ ਕੀਤਾ, ਮੈਂ ਕਿਆ ਕੀਤਾ, ਅਸੀਂ ਲੈਡ ਨਾਈਟ੍ਰੇਟ ਦਾ ਘੋਲ ਲਿਆ ਪਹਿਲਾਂ ਪਰਖਣ ਵਾਲੀ ਵਿੱਚ, ਠੀਕ ਹੈ। ਫਿਰ ਅਸੀਂ ਉਹਦੇ ਵਿੱਚ ਕੀ ਕੀਤਾ, ਪੋਟਾਸ਼ੀਅਮ ਆਇਓਡਾਈਡ ਹੋਰ ਪਾਇਆ, ਠੀਕ ਹੈ। ਉਹਦਾ ਕਿਆ ਪਾਇਆ, ਘੋਲ ਪਾਇਆ। ਘੋਲ ਕਿਆ ਹੁੰਦਾ, ਉਹਨੂੰ ਪਾਣੀ 'ਚ ਮਿਕਸ ਕੀਤਾ ਹੁੰਦਾ, ਠੀਕ ਹੈ ਨਾ, ਪਾਣੀ ਪਾਇਆ ਹੁੰਦਾ ਥੋੜ੍ਹਾ ਜਿਹਾ, ਘੋਲਣੇ 'ਚ ਸੌਖਾ ਹੋ ਜਾਂਦਾ, ਠੀਕ ਹੈ। ਮਤਲਬ ਉਹਨੂੰ ਸਮਝ ਲਓ ਤੁਸੀਂ, ਉਹ ਵੀ ਇੱਕ ਹੋਰ ਪਰਖਣ ਵਾਲੀ ਦੇ ਵਿੱਚ ਰੱਖਿਆ ਹੋਣਾ ਅਸੀਂ, ਠੀਕ ਹੈ, ਪੋਟਾਸ਼ੀਅਮ ਆਇਓਡਾਈਡ। ਫਿਰ ਉਹਨੂੰ ਟੇਢਾ ਕਰਕੇ ਅਸੀਂ ਇਹਦੇ ਵਿੱਚ ਪਾ ਦਿੱਤਾ, ਇੱਕ ਟਿਊਬ 'ਚ ਦੋਨੇ ਇਕੱਠੇ ਕਰਤੇ, ਠੀਕ ਹੈ। ਫਿਰ ਸਾਨੂੰ ਕੀ ਦਿਖਿਆ, ਜਦ ਅਸੀਂ ਇਹਨੂੰ ਐਕਸਪੈਰੀਮੈਂਟ ਨੂੰ ਕੀਤਾ, ਠੀਕ ਹੈ, ਲੈਡ ਨਾਈਟ੍ਰੇਟ ਦੇ ਵਿੱਚ ਕੀ ਪਾਇਆ, ਪੋਟਾਸ਼ੀਅਮ ਆਇਓਡਾਈਡ ਪਾਇਆ, ਕਿਆ ਹੋਇਆ, ਸਾਨੂੰ ਕੀ ਮਿਲਿਆ, ਇੱਕ ਪੋਟਾਸ਼ੀਅਮ ਨਾਈਟ੍ਰੇਟ ਮਿਲਦਾ, ਠੀਕ ਹੈ, ਤੇ ਇੱਕ ਲੈਡ ਆਇਓਡਾਈਡ ਮਿਲਦਾ, ਠੀਕ ਹੈ। ਅਸੀਂ ਇੱਥੇ ਤੱਕ ਨਹੀਂ ਜਾਣਾ, ਅਸੀਂ ਕੀ ਦੇਖਣਾ, ਇਹ ਜਿਹੜਾ ਸਾਡੇ ਕੋਲ ਲੈਡ ਨਾਈਟ੍ਰੇਟ ਤਾ, ਇਹ ਕਿਹੜਾ ਕਲਰ ਤਾ, ਚਿੱਟਾ, ਤੇ ਆਹ ਜਿਹੜਾ ਕਲਰ ਤਾ ਕਿਹਦਾ, ਪੋਟਾਸ਼ੀਅਮ ਆਇਓਡਾਈਡ, ਇਹ ਵੀ ਚਿੱਟਾ ਤਾ। ਪਰ ਜਦ ਮੈਂ ਦੋਨਾਂ ਨੂੰ ਮਿਕਸ ਕਰਤਾ, ਇਹ ਜਦ ਇੱਧਰ ਆ ਗਿਆ, ਇਹ ਜਿਹੜਾ ਚਿੱਟੇ ਰੰਗ ਦਾ ਨਹੀਂ ਰਿਹਾ, ਕਿਹੜਾ ਰੰਗ ਹੋ ਗਿਆ ਇਹਦਾ, ਪੀਲਾ ਰੰਗ ਹੋ ਗਿਆ, ਠੀਕ ਹੈ। ਤੇ ਇਹ ਅਘੁਲਣਸ਼ੀਲ ਹੋ ਗਿਆ, ਠੀਕ ਹੈ, ਘੁਲਣ ਦੇ ਲਾਇਕ ਨਹੀਂ ਰਿਹਾ, ਇਹ ਸਮਝ ਗਏ, ਕੀ ਹੋ ਗਿਆ, ਇਹ ਇਨਸੋਲਿਊਬਲ ਹੋ ਗਿਆ, ਘੁਲਣ ਦੇ ਲਾਇਕ ਨਹੀਂ ਰਿਹਾ। ਮਤਲਬ ਇੱਥੇ ਇਹ ਜਿਹੜਾ ਇਹ ਸੋਲਿਡ ਰੂਪ ਦੇ ਵਿੱਚ ਕੀ ਹੋਇਆ, ਜਿਹੜੀ ਪਰਖਣ ਵਾਲੀ ਹੈ ਸਾਡੀ, ਠੀਕ ਹੈ, ਜਦ ਅਸੀਂ ਮਿਕਸ ਕਰਦਾ, ਉਸ ਤੋਂ ਬਾਅਦ ਕੀ ਹੋਇਆ, ਇੱਥੇ ਜਿਹੜਾ ਘੋਲ ਬਚ ਗਿਆ ਲੈਡ ਨਾਈਟ੍ਰੇਟ ਦਾ, ਠੀਕ ਹੈ, ਤੇ ਕੁਝ ਥੱਲੇ ਦਾਣੇ ਜੇ ਬਣ ਗਏ, ਜਿਹਨੂੰ ਅਸੀਂ ਸੋਲਿਡ ਰੂਪ ਦੇ ਵਿੱਚ ਕਹਿੰਦੇ ਆ, ਕਾਹਦੇ ਬਣ ਗਏ, ਪੋਟਾਸ਼ੀਅਮ ਆਇਓਡਾਈਡ ਦੇ, ਜਿਹੜੇ ਕਿਹੜੇ ਤੇ, ਯੈਲੋ ਕਲਰ ਦੇ ਤੇ, ਠੀਕ ਹੈ, ਤੇ ਜਿਹੜੇ ਪਾਣੀ ਦੇ, ਜਿਹੜੇ ਘੋਲ ਦੇ ਵਿੱਚ ਨਹੀਂ ਘੁਲੇ, ਇਨਸੋਲਿਊਬਲ ਕਹਿੰਦੇ ਇਹਨੂੰ ਅਸੀਂ, ਠੀਕ ਹੈ, ਜਿਹੜੇ ਇਹਦੇ ਵਿੱਚ ਨਹੀਂ ਘੁਲੇ। ਸਮਝ ਗਏ ਉਰੇ ਤੱਕ, ਠੀਕ ਹੈ। ਤੁਹਾਨੂੰ ਅੱਗੇ ਜਾ ਕੇ ਇਹ ਕਰਾ ਦੇਵਾਂਗੇ, ਜਾਂ ਫਿਰ ਹੁਣੇ ਕਰਾ ਦਿੰਦੇ ਆ, ਚਲੋ ਅਸੀਂ ਹੁਣੇ ਕਰ ਲੈਂਦੇ ਆ ਇਸ ਚੀਜ਼ ਨੂੰ, ਠੀਕ ਹੈ। ਹੁਣੇ ਦੇਖੋ ਕੀ ਲਿਆ ਮੈਂ ਲਿਆ ਲੈਡ ਨਾਈਟ੍ਰੇਟ ਲਿਆ, ਠੀਕ ਹੈ। ਲੈਡ ਨਾਈਟ੍ਰੇਟ ਦਾ ਜਿਹੜਾ ਇੱਕ ਪਰਖਣ ਵਾਲੀ ਹੈ ਉਸ ਵਿੱਚ ਲਿਆ, ਠੀਕ ਹੈ, ਲੈਡ ਨਾਈਟ੍ਰੇਟ, ਠੀਕ ਹੈ, ਸੌਰੀ, ਜਿਹੜਾ ਅਸੀਂ ਪਰਖਣ ਵਾਲੀ ਹੈ ਉਸ ਦੇ ਵਿੱਚ ਕੀ ਲਿਆ, ਲੈਡ ਨਾਈਟ੍ਰੇਟ ਪਾਤਾ, ਇਹ ਵਾਲੀ ਚੀਜ਼ ਇੱਥੇ ਘੋਲ ਕੇ ਪਾਣੀ ਦੇ ਨਾਲ ਮਿਕਸ ਕਰਕੇ ਲਿਕੁਇਡ ਬਣਾਤੀ, ਠੀਕ ਹੈ, ਇਹ ਘੁਲ ਗਈ। ਫਿਰ ਅਸੀਂ ਦੂਸਰਾ ਕਿਆ ਲਿਆ, ਤਾਂ ਪੋਟਾਸ਼ੀਅਮ ਆਇਓਡਾਈਡ ਲਿਆ, ਇੱਕ ਪਰਖਣ ਵਾਲੀ ਹੋਰ ਲਈ, ਜਿਹਦੇ ਵਿੱਚ ਮੈਂ ਕਿਆ ਪਾਤਾ, ਉਸੇ ਤਰ੍ਹਾਂ ਘੋਲ ਬਣਾਤਾ, ਕਾਹਦਾ, ਪੋਟਾਸ਼ੀਅਮ ਆਇਓਡਾਈਡ, ਠੀਕ ਹੈ, ਇਹਨੂੰ ਕਿਹਦੇ ਵਿੱਚ ਪਾਤਾ, ਇਸ ਦੇ ਵਿੱਚ। ਫਿਰ ਅਸੀਂ ਕੀ ਕੀਤਾ, ਦੋਨਾਂ ਨੂੰ ਅਸੀਂ ਕੀ ਕੀਤਾ, ਮਿਕਸ ਕਰਤਾ, ਦੋਨਾਂ ਨੂੰ ਇੱਕ ਟੈਸਟ ਟਿਊਬ ਦੇ ਵਿੱਚ, ਇੱਕ ਪਰਖਣ ਵਾਲੀ ਦੇ ਵਿੱਚ ਪਾ ਦਿੱਤਾ, ਘੋਲਤਾ। ਕਿਆ ਹੋਇਆ, ਮੈਨੂੰ ਇੱਕ ਘੋਲ ਜਿਹਾ ਮਿਲਿਆ, ਪਰ ਘੋਲ ਦੇ ਜਦ ਮੈਂ ਥੱਲੇ ਦੇਖਿਆ ਕੁਛ ਠੋਸ ਜੀ ਚੀਜ਼ ਪਈ ਤੀ, ਠੀਕ ਹੈ। ਇਹ ਜਿਹੜੀ ਠੋਸ ਚੀਜ਼ ਹੈ, ਇਹ ਕਿਆ ਹੈ, ਲੈਡ ਆਇਓਡਾਈਡ, ਠੀਕ ਹੈ। ਤੇ ਜਿਹੜਾ ਘੋਲ ਹੈ ਇਹ ਕਿਹਦਾ ਸੀ, ਇਹ ਜਿਹੜਾ ਘੋਲ ਹੈ ਇਹ ਕਿਹਦਾ ਹੈ, ਇਹ ਜਿਹੜਾ ਬਾਕੀ ਘੋਲ ਬਚਿਆ ਤਾਂ ਉਹ ਕਾਹਦਾ ਹੈ, ਪੋਟਾਸ਼ੀਅਮ ਨਾਈਟ੍ਰੇਟ ਦਾ, ਸਮਝ ਗਏ, ਠੀਕ ਹੈ, ਪੋਟਾਸ਼ੀਅਮ ਨਾਈਟ੍ਰੇਟ ਦਾ, ਇਹ ਸਮਝ ਗਏ ਤੁਸੀਂ ਐਕਸਪੈਰੀਮੈਂਟ। ਇਹ ਕਿਹੜਾ ਤਾਂ, ਇਹਦਾ ਕਲਰ ਕੀ ਤਾਂ ਚਿੱਟਾ, ਵਾਈਟ, ਠੀਕ ਹੈ, ਇਹਦਾ ਕਲਰ ਕੀ ਸੀ, ਚਿੱਟਾ, ਵਾਈਟ। ਮਿਕਸ ਕਰਨ ਤੋਂ ਬਾਅਦ ਕੀ ਹੋਇਆ, ਆ ਜਿਹੜਾ ਲੈਡ ਨਾਈਟ੍ਰੇਟ ਹੈ ਇਹਦਾ ਕਲਰ ਕੀ ਹੋ ਗਿਆ, ਯੈਲੋ, ਤੇ ਇਹ ਕਿਹੜਾ ਤਾਂ ਹੋਰ ਕਿਆ ਤਾਂ, ਯੈਲੋ, ਪੀਲਾ। ਤੇ ਦੂਜੀ ਚੀਜ਼ ਕਿਆ ਤੀ, ਦੇਖੀ ਮੈਂ, ਇਹ ਕਿਆ ਹੋਇਆ,
ਘੁਲਣਸ਼ੀਲ नहीं रहा, मतलब एक ही हो गया, सॉलिड हो गया, ठोस हो गया, ठोस ਜਿਹੜਾ कि वो पानी ਦੇ ਵਿੱਚ नहीं घुल सकता। समझ गए, एक चीज़ ਤਾਂ हो गई तो दूजी की होगी, ये चीज़ होगी। समझ गए पोटाशियम आयोडाइड वाला एक्सपैरीमेंट की होया इस दे विच। ठीक है, चलो अगे चलते हैं किरिया 1.3 दे विच। ठीक है, अगे देखो, एक तिकोणी सुराही जां ਵੱਡੀ ਪਰਖ ਨਲੀ ਵਿੱਚ ਕੁਝ ਦਾਣੇਦਾਰ ਜ਼ਿੰਕ ਲਓ। ਆ ਐਕਸਪੈਰੀਮੈਂਟ ਇਹ ਵੱਡੀ ਸਰਾਹੀ ਲਈ ਵੀ ਅਸੀਂ ਤਿਕੋਣੀ ਸਰਾਹੀ, ਠੀਕ ਹੈ, ਇਹ ਲਈ ਵੀ ਕੋਨੀਕਲ ਫਲਾਸਕ ਕਹਿੰਦੇ ਇਹਨੂੰ। ਠੀਕ ਹੈ, ਇਹ ਲਈ ਵੀ ਇਹਦੇ ਵਿੱਚ ਅਸੀਂ ਕੀ ਕਰਤਾ, ਦਾਣੇਦਾਰ ਜ਼ਿੰਕ ਪਾਤੀ। ਇਹਦੇ ਵਿੱਚ ਅਸੀਂ ਦਾਣੇਦਾਰ ਆ ਪਈ ਨਾ, ਦਾਣੇਦਾਰ ਜ਼ਿੰਕ ਪਾ ਦਿੱਤੀ। ਠੀਕ ਹੈ, ਇਸ ਵਿੱਚ ਪਤਲਾ ਹਾਈਡਰੋਕਲੋਰਿਕ ਐਸਿਡ ਜਾਂ ਸਲਫਿਊਰਿਕ ਐਸਿਡ ਪਾਓ। ਫਿਰ ਮੈਂ ਕਿਆ ਕੀਤਾ, ਇਹਦੇ ਵਿੱਚ ਆ ਜਿਹੜਾ ਇਹ ਪਤਲਾ ਹਾਈਡਰੋਕਲੋਰਿਕ ਐਸਿਡ ਜਾਂ ਸਲਫਿਊਰਿਕ ਐਸਿਡ ਪਾਤਾ ਉੱਪਰ ਤੋਂ। ਠੀਕ ਹੈ, ਐਸਿਡ ਦੀ ਵਰਤੋਂ ਧਿਆਨ ਪੂਰਵਕ ਕਰੋ, ਕਿਉਂਕਿ ਜਿਹੜੇ ਸਾਵਧਾਨੀ ਹੈ ਨਾ, ਐਸਿਡ ਕਿਉਂ ਸਾਵਧਾਨੀ ਕਿਉਂ, ਕਿਉਂਕਿ ਇਹ ਸਾਡੇ ਸਰੀਰ ਨੂੰ ਵੀ ਜਲਾ ਸਕਦਾ, ਸਾਡੇ ਕੱਪੜਿਆਂ ਨੂੰ ਜਲਾ ਸਕਦਾ। ਠੀਕ ਹੈ, ਇਸ ਕਰਕੇ ਧਿਆਨ ਨਾਲ ਦੇਖਣਾ ਪੈਂਦਾ ਇਹਨੂੰ। ਕੀ ਤੁਹਾਨੂੰ ਜ਼ਿੰਕ ਦੇ ਟੁਕੜਿਆਂ ਦੇ ਆਲੇ ਦੁਆਲੇ ਕੁਝ ਵਾਪਰਦਾ ਦਿਖਾਈ ਦਿੰਦਾ ਹੈ? ਹੁਣ ਇਹ ਜਿਹੜੇ ਜ਼ਿੰਕ ਦੇ ਟੁਕੜੇ ਆ ਨਾ, ਇਹਦੇ ਆਲੇ ਦੁਆਲੇ ਬੁਲਬੁਲੇ ਇਕੱਠੇ ਹੋ ਜਾਂਦੇ। ਠੀਕ ਹੈ, ਕੀ ਹੁੰਦਾ, ਬੁਲਬੁਲੇ ਇਕੱਠੇ ਹੋ ਜਾਂਦੇ। ਉਹ ਬੁਲਬੁਲੇ ਕਾਹਦੇ ਹੁੰਦੇ, ਹਾਈਡਰੋਜਨ ਦੇ। ਆ ਦੇਖ ਰਹੀ ਹਾਈਡਰੋਜਨ ਗੈਸ, ਉਹ ਜਿਹੜੇ ਬੁਲਬੁਲੇ ਹੈ ਇਹ ਜ਼ਿੰਕ ਦੇ ਆਲੇ ਦੁਆਲੇ ਬੁਲਬੁਲੇ ਇਕੱਠੇ ਹੋ ਜਾਂਦੇ ਹਾਈਡਰੋਜਨ ਦੇ। ਠੀਕ ਹੈ, ਆ ਅਸੀਂ ਕੱਚ ਦੀ ਨਲੀ ਲਾਈ ਵੀ ਤਾਂ ਕਿ ਇਹਦੇ ਵਿੱਚ ਜਿਹੜੀ ਵੀ ਗੈਸ ਬਣੀ, ਜੋ ਵੀ ਬਣਿਆ ਉਹ ਬਾਹਰ ਨਿਕਲ ਜਾਵੇ, ਜਿਹੜੀ ਗੈਸ ਬਣਾ ਰਹੀ ਉਹ ਬਾਹਰ ਨਿਕਲ ਸਕੇ। ਠੀਕ ਹੈ, ਇਸ ਦੇ ਵਿੱਚੋਂ। ਤੇ ਆ ਲਗਾਈ ਵੀ ਕੋਰਕ, ਢੱਕਣ ਬੰਦ ਕਰਨੇ ਨੂੰ। ਠੀਕ ਹੈ, ਤੇ ਕੀ ਹੋਇਆ, ਜ਼ਿੰਕ ਦੇ ਆਲੇ ਦੁਆਲੇ ਹਾਈਡਰੋਜਨ ਗੈਸ ਦੀ। ਠੀਕ ਹੈ, ਤਿਕੋਣੀ ਸੁਰਾਹੀ ਜਾਂ ਪਰਖ ਨਲੀ ਨੂੰ ਛੂਹੋ। ਹੁਣ ਅਸੀਂ ਕੀ ਕਰਨਾ, ਇਹ ਜਿਹੜੀ ਪਰਖ ਨਲੀ ਜਾਂ ਫਿਰ ਅਸੀਂ ਤਿਕੋਣੀ ਸੁਰਾਹੀ ਕੀਤੀ ਵੀ ਨਾ, ਇੱਥੇ ਤਿਕੋਣੀ ਸੁਰਾਹੀ ਨਾਲ ਕਰ ਰਹੇ ਹਾਂ। ਠੀਕ ਹੈ, ਇਹਨੂੰ ਅਸੀਂ ਮੈਂ ਛੂਹਤਾ, ਇਹਨੂੰ ਮੈਂ ਹੱਥ ਲਾ ਕੇ ਦੇਖਿਆ। ਫਿਰ ਕੀ ਹੋਇਆ ਕਿ ਇਸ ਦੇ ਤਾਪਮਾਨ ਵਿੱਚ ਕੋਈ ਅੰਤਰ ਆਇਆ ਹੈ? ਇਹਦੇ ਤਾਪਮਾਨ 'ਚ ਕਹਿੰਦੇ ਕਿਆ ਕੋਈ ਅੰਤਰ ਆਇਆ ਸੀ? ਹਾਂਜੀ ਬਿਲਕੁਲ, ਕਿਆ ਹੋਇਆ, ਇਹਦਾ ਤਾਪਮਾਨ ਜ਼ਿਆਦਾ ਹੋ ਗਿਆ ਪਹਿਲਾਂ ਨਾਲ ਤੋਂ। ਇਹ ਜਿਹੜੀ ਤਿਕੋਣੀ ਸੁਰਾਹੀ ਹੈ ਉਹ ਗਰਮ ਬੜੀ ਹੋ ਗਈ। ਸਮਝ ਗਏ, ਕਿਆ ਹੋਇਆ, ਇੱਕ ਤਾਂ ਹਾਈਡਰੋਜਨ ਗੈਸ ਨਿਕਲੀ, ਦੂਜੀ ਇਹ ਗਰਮ ਹੋ ਗਈ। ਹੁਣ ਇਹ ਸਾਰੀ ਜਿਹੜੀ ਐਗਜ਼ਾਮਪਲਾਂ ਅਸੀਂ ਕੀਤੀਆਂ ਨੇ, ਠੀਕ ਹੈ, ਇਹ ਸਾਰੀਆਂ ਕਿਰਿਆਵਾਂ ਕੀਤੀਆਂ ਇਹ ਕਾਹਦੀਆਂ ਤੀਆਂ, ਇਹ ਕਿਸ ਚੀਜ਼ ਦੀਆਂ ਤੀਆਂ, ਰਸਾਇਣਿਕ ਕਿਰਿਆਵਾਂ ਸੀ ਨਾ। ਠੀਕ ਹੈ ਨਾ, ਕਿਹੜੀਆਂ ਸੀ, ਰਸਾਇਣਿਕ ਕਿਰਿਆਵਾਂ ਸੀ। ਠੀਕ ਹੈ, ਜਿਹੜੀ ਅਸੀਂ ਕੈਮੀਕਲ ਰਿਐਕਸ਼ਨ ਹੋਏ ਸੀ ਜਿਨ੍ਹਾਂ ਦੇ ਵਿੱਚ। ਸਮਝ ਗਏ। ਠੀਕ ਹੈ, ਹੁਣ ਇਸ ਤੋਂ ਅਸੀਂ ਸਿੱਟਾ ਕੱਢਣਾ ਕੋਈ ਵੀ, ਇਹਦਾ ਮਤਲਬ ਕੀ ਹੋਇਆ ਇੰਨੀਆਂ ਕਿਰਿਆਵਾਂ ਕਰਨੇ ਦਾ, ਕਹਿੰਦਾ ਕੀ ਦੱਸਣਾ ਕੀ ਚਾਹੁੰਦਾ ਇਹ। ਉੱਪਰ ਦਿੱਤੀਆਂ ਤਿੰਨੋਂ ਕਿਰਿਆਵਾਂ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਹੇਠ ਲਿਖੇ ਕਿਸੇ ਵੀ ਪਰੀਖਣ ਦੀ ਸਹਾਇਤਾ ਨਾਲ ਅਸੀਂ ਨਿਰਧਾਰਿਤ ਕਰ ਸਕਦੇ ਹਾਂ ਕਿ ਰਸਾਇਣਿਕ ਕਿਰਿਆ ਹੋ ਗਈ ਹੈ। ਹੁਣ ਇਹਦਾ ਮਤਲਬ ਕਿਆ ਹੋਈ ਹੈ, ਰਸਾਇਣਿਕ ਕਿਰਿਆ ਕਦੋਂ ਹੁੰਦੀ, ਫਿਰ ਇਹਦਾ ਮਤਲਬ ਕੀ ਹੈ, ਰਸਾਇਣਿਕ ਕਿਰਿਆ ਕਦੋਂ ਹੁੰਦੀ, ਅਵਸਥਾ ਵਿੱਚ ਪਰਿਵਰਤਨ ਆਉਣਾ, ਉਹਦੀ ਸਟੇਟ ਜਾਂ ਅਵਸਥਾ, ਸੋਲਿਡ ਤੇ ਲਿਕੁਇਡ ਹੋ ਗਿਆ, ਲਿਕੁਇਡ ਤੇ ਗੈਸ ਹੋ ਗਿਆ, ਇੱਥੇ ਸਾਡੀ ਗੈਸ ਬਣ ਗਈ। ਠੀਕ ਹੈ, ਲਿਕੁਇਡ ਤੇ ਗੈਸ ਹੋ ਗਿਆ, ਉਹਦੀ ਅਵਸਥਾ ਚੇਂਜ ਹੋ ਗਈ, ਸੋਲਿਡ ਤੇ ਲਿਕੁਇਡ ਹੋ ਗਿਆ, ਲਿਕੁਇਡ ਤੇ ਸੋਲਿਡ ਹੋ ਗਿਆ। ਠੀਕ ਹੈ, ਉਸ ਵੇਲੇ ਸਾਨੂੰ ਪਤਾ ਲੱਗ ਜਾਂਦਾ ਰਸਾਇਣਿਕ ਕਿਰਿਆ ਹੋਈ। ਦੂਜਾ, ਜਦ ਰੰਗ ਬਦਲਿਆ, ਅਸੀਂ ਦੇਖਿਆ ਨਾ ਰੰਗ ਬਦਲਿਆ ਤਾਂ ਯੈਲੋ ਹੋ ਗਿਆ ਤਾਂ ਉਹ ਵੀ ਰਸਾਇਣਿਕ ਕਿਰਿਆ ਹੋ ਗਈ, ਉਹਦੀ ਐਗਜ਼ਾਮਪਲ ਹੋ ਗਈ। ਗੈਸ ਦੀ ਉਤਪਤੀ ਜਾਂ ਨਿਕਲਣ ਨਾਲ, ਠੀਕ ਹੈ, ਇੱਥੇ ਕਿਆ ਗੈਸ ਬਣੀ, ਇਹ ਵੀ ਰਸਾਇਣਿਕ ਕਿਰਿਆ 'ਚ ਹੁੰਦਾ। ਤਾਪਮਾਨ ਵਿੱਚ ਪਰਿਵਰਤਨ ਆਉਣਾ, ਅਸੀਂ ਦੇਖਿਆ ਇਹਦੇ ਵਿੱਚ ਤਾਪਮਾਨ ਵੀ ਵਧਿਆ ਤਾਂ ਨਾ, ਤਾਪਮਾਨ 'ਚ ਪਰਿਵਰਤਨ ਆਉਣਾ, ਇਹ ਵੀ ਉਹਦੀ ਰਸਾਇਣਿਕ ਕਿਰਿਆ ਹੀ ਹੈ। ਠੀਕ ਹੈ, ਇਹ ਸਾਰੀਆਂ ਕਿਆ ਥੀਆਂ, ਰਸਾਇਣਿਕ ਕਿਰਿਆ ਦੀਆਂ ਉਦਾਹਰਨਾਂ ਸੀ। ਠੀਕ ਹੈ, ਜੇਕਰ ਅਸੀਂ ਆਪਣੇ ਆਲੇ ਦੁਆਲੇ ਹੁੰਦੇ ਪਰਿਵਰਤਨਾਂ ਨੂੰ ਵੇਖੀਏ ਤਾਂ ਪਤਾ ਚੱਲੇਗਾ ਕਿ ਸਾਡੇ ਸਾਰੇ ਪਾਸੇ ਵੱਖ-ਵੱਖ ਤਰ੍ਹਾਂ ਦੀਆਂ ਰਸਾਇਣਿਕ ਕਿਰਿਆਵਾਂ ਹੋ ਰਹੀਆਂ ਨੇ। ਮਤਲਬ ਸਾਡੇ ਆਲੇ ਦੁਆਲੇ ਕਈ ਤਰ੍ਹਾਂ ਦੀਆਂ ਰਸਾਇਣਿਕ ਕਿਰਿਆਵਾਂ ਹੁੰਦੀਆਂ, ਜਿੱਦਾਂ ਸਾਡੇ ਢਿੱਡ ਦੇ ਵਿੱਚ ਖਾਣਾ ਪਚ ਰਿਹਾ, ਉਹ ਵੀ ਰਸਾਇਣਿਕ ਕਿਰਿਆ ਹੀ ਹੋ ਰਹੀ ਹੈ। ਠੀਕ ਹੈ ਨਾ, ਟੁਕੜਿਆਂ ਦੇ ਵਿੱਚ ਟੁੱਟ ਰਿਹਾ। ਇਸ ਅਧਿਆਏ ਵਿੱਚ ਅਸੀਂ ਵੱਖ-ਵੱਖ ਤਰ੍ਹਾਂ ਦੀਆਂ ਰਸਾਇਣਿਕ ਕਿਰਿਆਵਾਂ ਅਤੇ ਉਹਨਾਂ ਨੂੰ ਸੰਕੇਤਾਂ ਦੁਆਰਾ ਦਰਸਾਉਣ ਬਾਰੇ ਅਧਿਐਨ ਕਰਾਂਗੇ। ਹੁਣ ਇਹ ਜਿਹੜੀ ਰਸਾਇਣਿਕ ਕਿਰਿਆ ਇਹਨੂੰ ਲਿਖੀਏ ਕਿੱਦਾਂ, ਸੌਖੇ ਤੇ ਸੌਖਾ ਰੂਪ ਕਿੱਦਾਂ ਲਿਖੀਏ। ਇੱਕ ਤਾਂ ਪਹਿਰਾ ਬੜਾ ਜਿਹਾ ਕਰਕੇ ਲਿਖ ਦਿਓ,
ठीक है। वो पैरा एडा बड़ा पढ़ने 'ਚ बड़ी देर लगती है, ਆਪਾਂ ਉਹਨੂੰ ਸ਼ੋਰਟ ਫਾਰਮ 'ਚ ਲਿਖ ਲੈਂਦੇ ਆ, ਛੋਟਾ ਕਰਕੇ ਲਿਖ ਦਿੰਦੇ ਆ। ਠੀਕ ਹੈ, ਜੋ ਤੋਂ ਵੀ ਛੋਟਾ ਹੋ ਸਕੇ ਉਹ ਵੀ ਕਰਕੇ ਦੇਖ ਲੈਂਦੇ ਆ। ਠੀਕ ਹੈ, ਫਿਰ ਅਸੀਂ ਕਿਹਦਾ ਕੋਈ ਤਰੀਕਾ ਬਣਾਇਆ। ਠੀਕ ਹੈ, ਉਸ ਤਰੀਕੇ ਨੂੰ ਅਸੀਂ ਕਿਆ ਕਿਹਾ, ਰਸਾਇਣਿਕ ਸਮੀਕਰਨਾਂ, ਕੈਮੀਕਲ ਇਕੁਏਸ਼ਨਸ। ਠੀਕ ਹੈ, ਦੇਖੋ ਕੀ ਹੈ, ਕਿਰਿਆ 1.1 ਨੂੰ ਇਸ ਤਰ੍ਹਾਂ ਵੀ ਦੱਸਿਆ ਜਾ ਸਕਦਾ ਹੈ, ਜਦੋਂ ਆਕਸੀਜਨ ਦੀ ਹੋਂਦ ਵਿੱਚ ਮੈਗਨੀਸ਼ੀਅਮ ਰਿਬਨ ਨੂੰ ਜਲਾਇਆ ਜਾਂਦਾ ਹੈ ਤਾਂ ਇਹ ਮੈਗਨੀਸ਼ੀਅਮ ਆਕਸਾਈਡ ਵਿੱਚ ਪਰਿਵਰਤਿਤ ਹੋ ਜਾਂਦਾ ਹੈ। ਮਤਲਬ ਜਦ ਮੈਗਨੀਸ਼ੀਅਮ ਨੂੰ ਅਸੀਂ ਆਕਸੀਜਨ ਨਾਲ ਜਲਾਇਆ ਤਾਂ ਉਹ ਮੈਗਨੀਸ਼ੀਅਮ ਆਕਸਾਈਡ ਬਣ ਗਿਆ। ਅਸੀਂ ਇੱਦਾਂ ਲਿਖ ਸਕਦੇ ਤੇ ਉਹਨੂੰ, ਹੈ ਨਾ। ਉਹ ਸਾਰੀ ਕਿਰਿਆ ਨੂੰ ਇਸ ਤਰ੍ਹਾਂ ਲਿਖ ਸਕਦੇ ਤੇ, ਹੈ ਨਾ। ਮਤਲਬ ਅਸਲ ਉਹਦੇ ਵਿੱਚ ਕੀ ਹੋਇਆ, ਵਾਕ ਦੇ ਰੂਪ ਵਿੱਚ ਕਿਸੇ ਰਸਾਇਣਿਕ ਕਿਰਿਆ ਦਾ ਇਹ ਵਰਣਨ ਕਾਫੀ ਲੰਬਾ ਹੈ। ਫਿਰ ਇਹ ਤਾਂ ਲੰਬਾ ਪੈ ਗਿਆ ਜੀ, ਇਹ ਤਾਂ ਬਹੁਤ ਬੜਾ ਦੱਸਣਾ, ਲੰਬਾ ਪੈ ਗਿਆ ਕੰਮ। ਠੀਕ ਹੈ, ਇਸ ਨੂੰ ਸੰਖੇਪ ਰੂਪ ਵਿੱਚ ਵੀ ਲਿਖਿਆ ਜਾ ਸਕਦਾ। ਅਸੀਂ ਇਹਨੂੰ ਛੋਟਾ ਨਾ ਕਰ ਸਕੀਏ, ਹੈ ਨਾ, ਸੰਖੇਪ ਰੂਪ ਵਿੱਚ ਲਿਖੀਏ। ਫਿਰ ਅਸੀਂ ਕੀ ਕੀਤਾ, ਅਸੀਂ ਸ਼ਬਦ ਰਚਨਾ ਸਮੀਕਰਨ ਕੀਤਾ। ਕੀ ਮਤਲਬ, ਵਰਡ ਇਕੁਏਸ਼ਨਸ ਦੇ ਰੂਪ ਵਿੱਚ ਲਿਖਣਾ ਆਸਾਨ ਵਿਧੀ ਹੈ। ਠੀਕ ਹੈ, ਫਿਰ ਅਸੀਂ ਕੀ ਕੀਤਾ, ਪਹਿਲਾਂ ਉਹਨੂੰ ਵਾਕ ਦੇ ਰੂਪ 'ਚ ਲਿਖਿਆ ਸੀ, ਜਿਹੜਾ ਲੰਬਾ ਪੈ ਗਿਆ। ਠੀਕ ਹੈ, ਫਿਰ ਅਸੀਂ ਇਹਨੂੰ ਛੋਟਾ ਕਰਨ ਦੀ ਕੋਸ਼ਿਸ਼ ਕੀਤੀ। ਕੀ ਬਣਾਇਆ ਫਿਰ ਅਸੀਂ, ਸ਼ਬਦ ਰਚਨਾ ਸਮੀਕਰਨ, ਵਰਡ ਇਕੁਏਸ਼ਨਾਂ ਬਣਾਈਆਂ। ਉਹ ਕਿੱਦਾਂ ਬਣਦੀਆਂ, ਉਪਰੋਕਤ ਕਿਰਿਆ ਦੀ ਸ਼ਬਦ ਸਮੀਕਰਨਾਂ ਵਿੱਚ ਇਸ ਤਰ੍ਹਾਂ ਹੋਵੇਗੀ। ਠੀਕ ਹੈ, ਸ਼ਬਦ ਸਮੀਕਰਨ ਕਿਸ ਤਰ੍ਹਾਂ ਹੋਣੇ। ਹੁਣ ਜਿਹੜਾ ਆਹ ਹੀ ਦਾ ਵੀ ਮੈਂ ਮੈਗਨੀਸ਼ੀਅਮ ਰਿਬਨ ਨੂੰ ਆਕਸੀਜਨ ਦੀ ਹੋਂਦ ਦੇ ਵਿੱਚ ਜਲਾਇਆ ਤਾਂ ਮੈਨੂੰ ਮੈਗਨੀਸ਼ੀਅਮ ਆਕਸਾਈਡ ਮਿਲਿਆ। ਠੀਕ ਹੈ, ਉਹਨੂੰ ਮੈਂ ਕਿੱਦਾਂ ਲਿਖ ਸਕਦਾ, ਕਹਿੰਦਾ ਮੈਗਨੀਸ਼ੀਅਮ ਜਮਾ ਆਕਸੀਜਨ, ਆਕਸੀਜਨ ਦੇ ਵਿੱਚ ਮੈਗਨੀਸ਼ੀਅਮ ਤੇ ਰਿਬਨ, ਮੈਗਨੀਸ਼ੀਅਮ ਤੇ ਆਕਸੀਜਨ ਹੈ ਤੇ ਨਾ ਵਾਤਾਵਰਣ 'ਚ। ਫਿਰ ਜਦੋਂ ਜਲਣੇ ਤੋਂ ਬਾਅਦ ਕੀ ਹੋ ਗਿਆ, ਕਿਆ ਬਣ ਗਿਆ ਉਹਦਾ, ਮੈਗਨੀਸ਼ੀਅਮ ਆਕਸਾਈਡ। ਸਮਝ ਗਏ, ਮੈਗਨੀਸ਼ੀਅਮ ਆਕਸੀਜਨ ਜੁੜ ਕੇ ਕੀ ਬਣ ਗਏ, ਮੈਗਨੀਸ਼ੀਅਮ ਆਕਸਾਈਡ ਬਣ ਗਏ। ਠੀਕ ਹੈ, ਗੱਬੇ ਕੀ ਹੈ, ਜੋੜ ਦਾ ਨਿਸ਼ਾਨ। ਕੀ ਕੀ ਮਿਲਿਆ, ਇਹਨਾਂ ਨੂੰ ਅਸੀਂ ਕਿਆ ਕਹਿੰਦੇ, ਅਭਿਕਾਰਕ, ਰਿਐਕਟੈਂਟ। ਠੀਕ ਹੈ, ਜਿਹੜੀਆਂ ਦੀ ਸਾਨੂੰ ਚੀਜ਼ਾਂ ਦੀ ਜ਼ਰੂਰਤ ਸੀ ਪਹਿਲਾਂ। ਠੀਕ ਹੈ ਨਾ, ਜਿਹੜੀ ਚੀਜ਼ਾਂ ਦੀ ਜ਼ਰੂਰਤ ਹੁੰਦੀ ਨਾ ਰਿਐਕਸ਼ਨ ਕਰਨ ਤੋਂ ਪਹਿਲਾਂ, ਕਿਰਿਆ ਕਰਨ ਤੋਂ ਪਹਿਲਾਂ ਚੀਜ਼ਾਂ ਦੀ ਜ਼ਰੂਰਤ ਹੁੰਦੀ, ਉਹ ਕਿਹੜੇ ਹੋ ਗਏ, ਰਿਐਕਟੈਂਟ। ਠੀਕ ਹੈ, ਜਿਹੜੇ ਵੀ ਕੈਮੀਕਲ ਹੈ ਜਿਹੜੇ ਅਸੀਂ ਯੂਜ਼ ਕਰ ਰਹੇ, ਠੀਕ ਹੈ ਨਾ, ਜਿਹੜੀਆਂ ਵੀ ਅਸੀਂ ਧਾਤਾਂ ਯੂਜ਼ ਕਰ ਰਹੇ ਤਾਂ ਉਹ ਸਾਰੇ ਕਿਆ ਹੋ ਗਏ, ਰਿਐਕਟੈਂਟ ਹੁੰਦੇ। ਠੀਕ ਹੈ, ਜਦੋਂ ਉਹਨਾਂ ਨੂੰ ਜੋੜ ਕੇ ਜਾਂ ਕਿਸੇ ਵੀ ਤਰ੍ਹਾਂ ਰਿਐਕਸ਼ਨ ਹੋ ਗਿਆ, ਪੂਰਾ ਕਿਰਿਆ ਪੂਰੀ ਹੋ ਗਈ, ਜੋ ਆਖਰੀ ਵਿੱਚ ਸਾਨੂੰ ਚੀਜ਼ ਮਿਲ ਰਹੀ, ਉਹਨੂੰ ਅਸੀਂ ਕਿਆ ਕਹਿੰਦੇ, ਉਤਪਾਦ, ਪ੍ਰੋਡਕਟ। ਇਹ ਕੀ ਹੈ, ਪ੍ਰੋਡਕਟ ਹੈ। ਇਹ ਕੀ ਹੈ, ਰਿਐਕਟੈਂਟ। ਲੈਫਟ ਹੈਂਡ ਸਾਈਡ ਜਿਹੜਾ ਹੈ, ਖੱਬੇ ਪਾਸੇ ਕੀ ਲਿਖਿਆ ਜਾਂਦਾ, ਰਿਐਕਟੈਂਟ, ਸੱਜੇ ਪਾਸੇ ਕੀ ਲਿਖਿਆ ਜਾਂਦਾ, ਪ੍ਰੋਡਕਟ। ਗੱਬੇ ਕੇ ਲਾਇਆ ਹੁੰਦਾ, ਇੱਕ ਤੀਰ ਲਗਾਇਆ ਹੁੰਦਾ ਵੀ ਰਿਐਕਸ਼ਨ ਇੱਧਰ ਨੂੰ ਵਾਪਰ ਰਿਹਾ। ਮਤਲਬ ਮੈਗਨੀਸ਼ੀਅਮ ਆਕਸੀਜਨ ਜੁੜ ਕੇ ਕੀ ਬਣੇ, ਇੱਧਰ ਵਾਲੀ ਚੀਜ਼ ਕਿਆ ਬਣੇ, ਮੈਗਨੀਸ਼ੀਅਮ ਆਕਸਾਈਡ ਬਣ ਗਏ। ਠੀਕ ਹੈ, ਸਮਝ ਗਏ। ਕਿਰਿਆ 1.1 ਵਿੱਚ ਮੈਗਨੀਸ਼ੀਅਮ ਅਤੇ ਆਕਸੀਜਨ ਅਜਿਹੇ ਪਦਾਰਥ ਹਨ ਜਿਨ੍ਹਾਂ ਵਿੱਚ ਰਸਾਇਣਿਕ ਪਰਿਵਰਤਨ ਹੁੰਦਾ ਹੈ। ਇਹਨਾਂ ਨੂੰ ਅਭਿਕਾਰਕ ਰਿਐਕਟੈਂਟ ਆਖਦੇ ਹਨ। ਠੀਕ ਹੈ, ਇਹਨਾਂ ਨੂੰ ਅਸੀਂ ਕਿਆ ਕਹਿੰਦੇ, ਰਿਐਕਟੈਂਟ ਕਹਿੰਦੇ, ਜਿਨ੍ਹਾਂ ਦੇ ਵਿੱਚ ਪਰਿਵਰਤਨ ਹੋਇਆ। ਠੀਕ ਹੈ ਨਾ, ਜਿਹੜੀਆਂ ਚੀਜ਼ਾਂ ਦਾ ਪਰਿਵਰਤਨ ਹੋਇਆ ਉਹਨਾਂ ਨੂੰ ਅਸੀਂ ਕੀ ਕਿਹਾ, ਰਿਐਕਟੈਂਟ। ਠੀਕ ਹੈ, ਜਿਨ੍ਹਾਂ ਦਾ ਪਰਿਵਰਤਨ ਹੋਣਾ ਹੈ ਉਹਨਾਂ ਨੂੰ ਅਸੀਂ ਕੀ ਕਹਿੰਦੇ, ਰਿਐਕਟੈਂਟ। ਠੀਕ ਹੈ, ਇਸ ਕਿਰਿਆ ਦੇ ਸਿੱਟੇ, ਜਿਹੜਾ ਸਾਨੂੰ ਆਖਰ ਦੇ ਵਿੱਚ ਸਿੱਟੇ 'ਚ ਮਿਲਦਾ, ਠੀਕ ਹੈ, ਜੋ ਨਵਾਂ ਪਦਾਰਥ ਜੋ ਮਿਲਿਆ, ਠੀਕ ਹੈ, ਮੈਗਨੀਸ਼ੀਅਮ ਆਕਸਾਈਡ ਬਣਿਆ ਹੈ, ਉਹਨੂੰ ਅਸੀਂ ਕਿਆ ਨਾਮ ਦਿੱਤਾ, ਪ੍ਰੋਡਕਟ। ਮਤਲਬ ਲੈਫਟ ਸਾਈਡ ਦੇ ਉੱਤੇ ਅਸੀਂ ਰਿਐਕਟੈਂਟ ਲਿਖਦੇ, ਜਿਹਨੂੰ ਅਸੀਂ ਕਿਆ ਕਹਿੰਦੇ, ਅਭਿਕਾਰਕ। ਰਾਈਟ ਸਾਈਡ ਤੇ ਅਸੀਂ ਕਿਆ ਲਿਖਦੇ, ਪ੍ਰੋਡਕਟ ਲਿਖਦੇ, ਜਿਹਨੂੰ ਅਸੀਂ ਕਹਿੰਦੇ ਉਤਪਾਦ। ਸਮਝ ਗਏ। ਠੀਕ ਹੈ, ਇੱਥੇ ਤੱਕ ਸਮਝ ਗਏ ਨਾ, ਰਿਐਕਟੈਂਟ ਕਿਆ ਹੁੰਦੇ ਤੇ ਪ੍ਰੋਡਕਟ ਕਿਆ ਹੁੰਦੇ। ਹੁਣ ਅੱਗੇ ਦੇਖੋ, ਸ਼ਬਦ ਸਮੀਕਰਨ ਵਿੱਚ ਅਭਿਕਾਰਕ ਰਿਐਕਟੈਂਟ ਦੇ ਉਤਪਾਦਾਂ ਵਿੱਚ ਪਰਿਵਰਤਨ ਨੂੰ ਉਹਨਾਂ ਵਿਚਕਾਰ ਇੱਕ ਤੀਰ ਜਾਂ ਨਿਸ਼ਾਨ ਲਗਾ ਕੇ ਦਰਸਾਇਆ ਜਾਂਦਾ ਹੈ। ਮਤਲਬ ਰਿਐਕਟੈਂਟ ਕਿੱਧਰਲੀ ਸਾਈਡ ਨੂੰ ਜੁੜ ਕੇ ਕਿੱਧਰ ਨੂੰ ਜਾਂਦੇ, ਉਹ ਅਸੀਂ ਤੀਰ ਦੇ ਨਾਲ ਦਿਖਾਇਆ ਸੀ, ਹੈ ਨਾ। ਇਸ ਤਰ੍ਹਾਂ ਦਾ ਤੀਰ ਪਾਇਆ ਜਾਂਦਾ ਹੈ। ਠੀਕ ਹੈ, ਰਿਐਕਟੈਂਟ ਦੇ ਬਾਅਦ ਜੋ ਬਣਦਾ ਹੁੰਦਾ। ਠੀਕ ਹੈ, ਇੱਧਰਲੀ ਸਾਈਡ ਕਿਆ ਹੋ ਗਏ, ਸਾਡੇ ਰਿਐਕਟੈਂਟ, ਇੱਧਰਲੀ ਸਾਈਡ ਕਿਆ ਹੋ ਗਏ, ਸਾਡੇ ਪ੍ਰੋਡਕਟ ਹੋ ਗਏ। ਠੀਕ ਹੈ, ਮਤਲਬ ਕੀ ਹੋ ਗਿਆ, ਇੱਧਰ ਅਭਿਕਾਰਕ, ਇੱਧਰ ਕਿਆ ਹੋ ਗਿਆ, ਉਤਪਾਦ। ਠੀਕ ਹੈ, ਸਮਝ ਗਏ। ਹੁਣ ਕੀ ਹੈ, ਕਹਿੰਦਾ ਗੱਬੇ ਕਿਆ ਲੱਗਦਾ, ਐਰੋ ਲੱਗ ਜਾਂਦਾ। ਠੀਕ ਹੈ, ਅਭਿਕਾਰਕਾਂ ਵਿਚਕਾਰ ਜੋੜ ਦਾ ਚਿੰਨ੍ਹ ਲਗਾ ਕੇ ਉਹਨਾਂ ਨੂੰ ਖੱਬੇ ਪਾਸੇ ਲਿਖਿਆ ਜਾਂਦਾ ਹੈ। ਅਭਿਕਾਰਕ ਨੂੰ ਕਿੱਧਰ ਲਿਖਿਆ ਜਾਂਦਾ, ਖੱਬੇ ਪਾਸੇ। ਠੀਕ ਹੈ, ਤੇ ਜੇਕਰ ਇੱਕ ਰਿਐਕਟੈਂਟ ਹੈ ਫਿਰ ਤਾਂ ਕੋਈ ਗੱਲ ਨਹੀਂ ਹੈ। ਠੀਕ ਹੈ, ਜੇ ਇੱਕ ਤੋਂ ਜ਼ਿਆਦਾ ਰਿਐਕਟੈਂਟ ਹੈ ਫਿਰ ਅਸੀਂ ਕਿਆ ਕਰਦੇ, ਉਹਨਾਂ ਦੇ ਵਿੱਚ ਕਿਆ ਪਾਉਂਦੇ, ਜੋੜ।
ठीक है। इधरली साइड क्या पा देंगे, जोड़ पा के। हुण जिद्दां इत्थे इहदे एग्जाम्पल देख लो, जिहड़ी आह आई सी 2 ते ना इहदे विच मैगनीशियम ते ऑक्सीजन ਗੱਭੇ क्या पाता सी, जोड़ पाता। सिर्फ जोड़ वरत्या जाता, इत्थे घटा घटू नहीं लिखना हैगा, ठीक है। जोड़ वरत्या जाता, ठीक है। मतलब आह 2 चीज़ां तीयां इन्हां दी जरूरत थी, ठीक है। जरूरत नूं असीं जोड़ पाता उहदा, ठीक है। जिन्हां तो मिल के कुछ बनना, जोड़ पा दिता, ठीक है। जरूरी नहीं रिएक्टेंट साइड ही लिखना हुंदा, ये प्रोडक्ट साइड भी असीं लिख सकदे, इधरली साइड नहीं, ठीक है। अभिकारक की साइड नहीं लिखना, ठीक है। जरूरी नहीं इधर भी लिखना, जे इधर भी जे इधर एक तो ज़्यादा चीज़ां है तो इधर जोड़ पाई जाओ, ठीक है। जे 2 चीज़ां है एक जोड़ पैना, 3 चीज़ां है 2 जोड़ पैने, ठीक है। जे प्रोडक्ट की साइड एक तो ज़्यादा चीज़ां तो उधर भी जोड़ पा दो, जिधर 2 चीज़ां तो एक जोड़ पैना दोनों दे विच, ठीक है। हुण इसे तरह उत्पादां विचकार भी जोड़ का चिन्ह लगा के उन्होंने सज्जे पासे लिखा जाता, तो उत्पादां नूं भी सज्जे पासे लिखा जाता, तो इन्हां दे विच भी जोड़ का पै सकदा। जब एक तो ज़्यादा उत्पाद बन गए है ना, तो असीं जोड़ पा देना। तीर का सिर उत्पादां वल हुंदा है, सिर किधर नूं, उत्पादां वल नूं, मतलब किधर नूं चल रहा साडा जिहड़ा किरिया है, किधर नूं होनी, इधर नूं रिएक्शन होना है, सज्जे पासे नूं जाना है, ठीक है। जो रसायनिक क्रिया होण दी दिशा प्रदर्शित करता है, मतलब दस रहा सानू रसायनिक क्रिया किधर नूं हो रही, इधरली साइड नूं हो रही, आह दोनों तो मिल के आ चीज़ बन रही, तो ये एरो वजया वा इधर नूं, समझ गए ना, ठीक है। चलो एक बार फिर देख लो इनू किस इसदे विच की होया, ठीक है। ये देखो पेज उत्ते देख लो, ठीक है। क्या होया साडे कोल की है, एक हैगा साडे कोल अभिकारक, ठीक है। तो ਗੱਭੇ पैंदा एरो, तो दूजे पासे की आंदा साडा उत्पाद, ठीक है। उत्पाद आ गया, ठीक है। इधर नूं इहदा नाम क्या इंग्लिश दे विच असीं क्या कहंदे, रिएक्टेंट, तो इधरली साइड एरो पा के फिर असीं इधर क्या कहंदे, प्रोडक्ट, ठीक है। तुसीं इंग्लिश विच भी इन्हां नूं याद कर लेना, इन्हां दे नाम, ठीक है। तुहाडी वोकैबुलरी लई बहुत लाहेवंद है, ठीक है, फायदेमंद है, ठीक है। हुण देखो की होया, जेकर मेरे को अभिकारक या रिएक्टेंट एक तो ज़्यादा है, मान लो मैं एक का नाम लिखता ए, दूजे अभिकारक का नाम लिखता बी, तो मैं दोनों के विच एक जोड़ पाना, जे एक होर है तो सी जोड़ पा दो, एक होर, जे एक होर चीज़ है तो डी, ठीक है। फिर क्या मैं पाता इन्हां नूं करके, कहंदा इन्हां नूं मिक्स करके, इन्हां दा रिएक्शन करके एक एरो पा देना इस साइड नूं, ठीक है। तो मतलब रिएक्शन इधरली साइड नूं जा रहा, फिर की बन गई, तो मान लो इस तो बन गया मेरा एक्स बन गया, कोई चीज़ एक्स बन गई, मैनूं नहीं पता की है फिलहाल, ठीक है। असीं क्या कहता एक्स बन गई, जे एक बन गई फिर तो कोई गल नहीं, जे एक तो ज़्यादा है, जे वाई भी बनी है तो इदा कर दो, जोड़ पा दो एक, जे कुछ होर बनया तो फिर जोड़ पा दो, मान लो जैड बनया, ठीक है, जोड़ पा दो, समझ गए ना उरे तक। मतलब जेकर अभिकारक साडे एक तो ज़्यादा होण तां उहनां दे विच की है, असीं क्या पांदे, जोड़ पा देना, ठीक है। जे उस तरह जेकर उत्पाद भी एक तो ज़्यादा तो उधर भी की कर देना, असीं जोड़ पा देना, समझ गए उरे तक, ठीक है। हुण अगे देखो की होया, एक एग्जाम्पल भी देख लो ना, ये क्या होया था साडा मैगनीशियम था जिहड़ा, उहदे विच की जोड़िया मैं, ऑक्सीजन जोड़ी, ठीक है। फिर वो की बनया, मैग्नीशियम ऑक्साइड, समझ गए इत्थे, क्योंकि यह एक चीज़ का नाम है, इस करके इधर एक ही लिखी भी, ठीक है, कोई जोड़ नहीं पैना सी। इधर 2 चीज़ां अलग अलग थीआं, तो गब्बे की किहड़ा निशान पाता, मैं जोड़ का निशान पाता, ठीक है। ये एरो क्या दसदा भी, ये दोनों मिक्स हो के, मतलब इन्हों दोनों का रिएक्शन हो के कुछ आ चीज़ बनी है, इधरली साइड बनी होनी, ठीक है। अभिकारक तो इधर उत्पाद आ गए, ठीक है। चलिए अगे, हुण अगे देखो, रसायनिक समीकरण लिखना, राइटिंग अ कैमिकल इक्वेशन, कहना हुण असीं कैमिकल इक्वेशन होर सुधार कर लैंदे आ। मैं तां इहनूं थोड़ा जिहा शब्दां दे विच लिखिआ, कहंदा यार शब्दां 'च भी लिखना, देखो मेरे पेज 'च किड्डी लंबी लाइन लिखनी पई मैनूं, कहंदा ये भी यार लंबा जिहा काम है, इहनूं होर सौखा ना कर लईए, ठीक है। फिर क्या होया, फिर असीं देखिआ
ਕੀ ਰਸਾਇਣਿਕ ਸਮੀਕਰਨਾਂ ਨੂੰ ਸੰਖੇਪ ਵਿੱਚ ਲਿਖਣ ਦੀ ਕੋਈ ਹੋਰ ਵਿਧੀ ਹੈ? ਕਹਿੰਦਾ ਕੋਈ ਹੋਰ ਤਰੀਕਾ ਵੀ ਹੈਗਾ, ਇਹਨਾਂ ਨੂੰ ਹੋਰ ਛੋਟਾ ਕਰ ਦਈਏ। ਸ਼ਬਦਾਂ ਦੀ ਥਾਂ ਰਸਾਇਣਿਕ ਸੂਤਰਾਂ ਦਾ ਉਪਯੋਗ ਕਰਕੇ ਰਸਾਇਣਿਕ ਸਮੀਕਰਨਾਂ ਨੂੰ ਵਧੇਰੇ ਸੰਖੇਪਿਤ ਅਤੇ ਉਪਯੋਗੀ ਬਣਾਇਆ ਜਾ ਸਕਦਾ ਹੈ। ਹੁਣ ਅਸੀਂ ਕੀ ਕਰਨਾ, ਸੂਤਰਾਂ ਨੂੰ ਵਰਤਣਾ, ਉਹਨਾਂ ਦੇ ਸ਼ੋਰਟ ਫਾਰਮ ਨੂੰ ਵਰਤਣਾ, ਠੀਕ ਹੈ ਨਾ, ਉਹਦੇ ਸਿੰਬਲ ਨੂੰ ਵਰਤਣਾ ਅਸੀਂ, ਠੀਕ ਹੈ। ਸੂਤਰਾਂ ਨੂੰ ਵਰਤਣਾ, ਸ਼ੋਰਟ ਫਾਰਮ ਕਹਿੰਦੇ ਜਾਂ ਸਿੰਬਲ ਕਹਿ ਦਿੰਦੇ, ਉਹਨਾਂ ਨੂੰ ਵਰਤ ਲੈਣਾ, ਠੀਕ ਹੈ। ਰਸਾਇਣਿਕ ਸਮੀਕਰਨ ਕਿਸੇ ਰਸਾਇਣਿਕ ਕਿਰਿਆ ਨੂੰ ਪ੍ਰਦਰਸ਼ਿਤ ਕਰਦੀ ਹੈ। ਮਤਲਬ ਇਹ ਜਿਹੜਾ ਅਸੀਂ ਲਿਖੂਗੇ, ਇਹਦੇ ਵਿੱਚ ਵੀ ਜਿਹੜਾ ਸਮੀਕਰਨ ਲਿਖੂਗੇ ਉਹ ਵੀ ਰਸਾਇਣਿਕ ਕਿਰਿਆ ਨੂੰ ਹੀ ਪ੍ਰਦਰਸ਼ਿਤ ਕਰਦਾ ਹੋਣਾ। ਉਸੇ ਚੀਜ਼ ਨੂੰ, ਜਿਹੜੀ ਚੀਜ਼ ਨੂੰ ਅਸੀਂ ਪਹਿਲਾ ਪੈਰੇ 'ਚ ਲਿਖਿਆ, ਦੂਜੀ ਵਾਰ ਉਹਨੂੰ ਅਸੀਂ ਸ਼ਬਦਾਂ ਦੇ ਵਿੱਚ ਲਿਖਿਆ, ਠੀਕ ਹੈ। ਹੁਣ ਤੀਜੀ ਵਾਰ ਅਸੀਂ ਉਹਨੂੰ ਸੂਤਰਾਂ ਦੇ ਵਿੱਚ ਲਿਖ ਲੈਣਾ, ਹੋਰ ਛੋਟਾ ਕਰਕੇ, ਠੀਕ ਹੈ। ਜੇਕਰ ਅਸੀਂ ਮੈਗਨੀਸ਼ੀਅਮ ਆਕਸਾਈਡ ਅਤੇ ਮੈਗਨੀਸ਼ੀਅਮ ਆਕਸਾਈਡ ਦੇ ਸੂਤਰ ਯਾਦ ਕਰੋ ਤਾਂ ਮੈਗਨੀਸ਼ੀਅਮ ਆਕਸੀਜਨ ਅਤੇ ਮੈਗਨੀਸ਼ੀਅਮ ਆਕਸਾਈਡ ਦੇ ਸੂਤਰ ਯਾਦ ਕਰੋ ਤਾਂ ਉਪਰੋਕਤ ਸ਼ਬਦ ਸਮੀਕਰਨ ਨੂੰ ਇਸ ਤਰ੍ਹਾਂ ਲਿਖਿਆ ਜਾ ਸਕਦਾ ਹੈ। ਹੁਣ ਕਿੱਦਾਂ? ਮੈਗਨੀਸ਼ੀਅਮ ਜਮਾ ਆਕਸੀਜਨ ਕਿਆ ਦਿੰਦਾ ਸਾਨੂੰ? ਮੈਗਨੀਸ਼ੀਅਮ ਆਕਸਾਈਡ। ਮਤਲਬ ਕੀ ਹੈ? ਆਹ ਅਸੀਂ ਲਿਖਿਆ ਸੀ ਨਾ। ਹੁਣ ਮੈਗਨੀਸ਼ੀਅਮ ਦਾ ਸਿੰਬਲ ਕੀ ਹੈ? ਮੈਗਨੀਸ਼ੀਅਮ ਕਿੱਥੇ ਤੋਂ ਸਟਾਰਟ ਹੁੰਦਾ? ਐਮ ਤੋਂ। ਇਹ ਦੇਖੋ, ਪਹਿਲਾਂ ਇਹਨੂੰ ਮੈਂ ਇੰਗਲਿਸ਼ ਦੇ ਵਿੱਚ ਲਿਖਦਾ, ਮੈਗਨੀਸ਼ੀਅਮ ਜਮਾ ਆਕਸੀਜਨ ਗਿਵਸ ਮੈਗਨੀਸ਼ੀਅਮ ਆਕਸਾਈਡ, ਠੀਕ ਹੈ। ਹੁਣ ਮੈਗਨੀਸ਼ੀਅਮ ਨੂੰ ਮੈਂ ਹੋਰ ਛੋਟਾ ਕਰਕੇ ਲਿਖ ਦੇਣਾ, ਕਹਿੰਦਾ ਮੈਗਨੀਸ਼ੀਅਮ ਦੇ ਸ਼ੋਰਟ ਫਾਰਮ Mg ਚੱਕ ਹੁੰਦਾ, ਠੀਕ ਹੈ। ਇਹ ਤੁਸੀਂ ਯਾਦ ਕਰਨੇ ਆ, ਠੀਕ ਹੈ। ਤੇ ਆਕਸੀਜਨ ਦੀ ਸ਼ੋਰਟ ਫਾਰਮ ਕੀ ਹੈ? ਆਕਸੀਜਨ ਨੂੰ ਕੀ ਚੱਕਿਆ ਮੈਂ? O, ਠੀਕ ਹੈ। ਇਹ ਐਰੋ ਨਹੀਂ ਪਾਣੇ ਤੁਸੀਂ, ਮੈਂ ਤੁਹਾਨੂੰ ਸਮਝਾ ਰਿਹਾ, ਠੀਕ ਹੈ ਨਾ। ਮਤਲਬ ਪਹਿਲਾਂ ਅਸੀਂ ਸ਼ਬਦਾਂ ਦੇ ਵਿੱਚ ਜਿਹੜੀ ਚੀਜ਼ ਲਿਖੀ ਸੀ, ਹੁਣ ਉਹਨੂੰ ਹੋਰ ਛੋਟਾ ਕਰਨ ਜਾ ਰਹੇ। ਮੈਗਨੀਸ਼ੀਅਮ ਆਕਸੀਜਨ ਦੀ ਜਗ੍ਹਾ ਕੀ ਲਿਖਤਾ? O, ਐਰੋ ਫਿਰ ਉਸੇ ਤਰ੍ਹਾਂ। ਤੇ ਮੈਗਨੀਸ਼ੀਅਮ ਆਕਸਾਈਡ ਦਾ ਸਿੰਬਲ ਕਿਆ ਹੁੰਦਾ? MgO। ਆਕਸੀਜਨ ਕਿਆ ਹੁੰਦੀ? ਜਿਹੜੀ ਆਕਸੀਜਨ ਹੁੰਦੀ ਹੈ ਨਾ, ਮੈਗਨੀਸ਼ੀਅਮ ਆਕਸਾਈਡ ਕਿਆ ਹੁੰਦਾ? MgO। ਜਿਹੜੀ ਆਕਸੀਜਨ ਹੁੰਦੀ ਨਾ, ਆਕਸੀਜਨ ਕੱਲੀ ਨਹੀਂ ਲਿਖੀ ਜਾਂਦੀ, ਉਹਦੇ ਪੈਰ 'ਚ ਦੋ ਪਾਇਆ ਜਾਂਦਾ। ਆਕਸੀਜਨ ਜਿਹੜੀ ਗੈਸ ਹੈ, ਉਹ ਉਹਦੇ ਦੋ ਐਟਮ ਹੈ ਜਿਹੜੇ, ਠੀਕ ਹੈ, ਦੋ ਆਟਮ ਹੈ, ਉਹ ਇਕੱਠੇ ਹੁੰਦੇ, ਸਮਝ ਗਏ ਨਾ। ਜਿਹੜੀ ਆਕਸੀਜਨ ਹੈ ਉਹਦੇ ਦੋ ਪਰਮਾਣੂ ਇਕੱਠੇ ਹੁੰਦੇ, ਠੀਕ ਹੈ। ਉਹ ਇੱਕ ਰਹਿ ਨਹੀਂ ਸਕਦਾ ਸੌਖਾ, ਇਸ ਕਰਕੇ ਉਹਦੇ ਪੈਰਾਂ 'ਚ ਅਸੀਂ ਦੋ ਪਾਇਆ ਹੋਇਆ, ਠੀਕ ਹੈ। ਵਾਤਾਵਰਣ ਦੇ ਵਿੱਚ ਜਿਹੜੀ ਆਕਸੀਜਨ ਹੈ ਸਾਨੂੰ ਕਿਸ ਤਰ੍ਹਾਂ ਮਿਲਦੀ? ਪਰਮਾਣੂ ਦੇ ਰੂਪ ਦੇ ਵਿੱਚ ਮਿਲਦੀ, ਦੋ ਜੁੜੇ ਹੋਏ ਪਰਮਾਣੂ, ਠੀਕ ਹੈ। ਤੇ ਇੱਧਰ ਕੀ ਬਣ ਗਿਆ? ਮੈਗਨੀਸ਼ੀਅਮ ਆਕਸਾਈਡ ਬਣ ਗਿਆ, ਠੀਕ ਹੈ। ਸਮਝ ਗਏ ਨਾ ਇਸ ਚੀਜ਼ ਨੂੰ? ਅੱਗੇ ਦੇਖੋ, ਤੀਰ ਦੇ ਨਿਸ਼ਾਨ ਦੇ ਖੱਬੇ ਅਤੇ ਸੱਜੇ ਪਾਸੇ ਦੇ ਹਰ ਤਰ੍ਹਾਂ ਦੇ ਤੱਤਾਂ ਦੇ ਪਰਮਾਣੂਆਂ ਦੀ ਗਿਣਤੀ ਕਰਕੇ ਤੁਲਨਾ ਕਰੋ। ਹੁਣ ਇੱਧਰ ਦੋਨਾਂ ਪਾਸੇ ਅਸੀਂ ਪਰਮਾਣੂ ਗਿਣੀਏ ਕਿੰਨੇ ਆ? 1 2 ਆਹ ਹੈ ਨਾ, 3 2 1 3 ਹੈ ਨਾ। ਇੱਧਰਲੀ ਸਾਈਡ ਕਿੰਨੇ ਆ? 1 2। ਇਹ ਕਿਆ ਹੋ ਗਿਆ? ਹੈ ਨਾ, ਤਿੰਨ ਚੀਜ਼ਾਂ ਜੁੜੀਆਂ ਤੀਆਂ, ਮਿਲੀਆਂ ਕਿਆ? ਇਹ ਦੋ। ਇਹ ਤਾਂ ਪੰਗਾ ਪੈ ਗਿਆ, ਹੈ ਨਾ। ਮਤਲਬ ਜਾਂ ਤਾਂ ਮੈਂ ਇਸ ਚੀਜ਼ ਨੂੰ ਗਲਤ ਲਿਖਿਆ, ਜੁੜੇ 3 ਪਰਮਾਣੂ, ਮਿਲੇ 2 ਪਰਮਾਣੂ, ਇਹ ਕੀ ਗੱਲ ਹੋ ਗਈ, ਠੀਕ ਹੈ। ਹੁਣ ਦੇਖਦੇ ਹਾਂ ਕਿ ਦੋਵੇਂ ਪਾਸੇ ਹਰ ਤੱਤ ਦੇ ਪਰਮਾਣੂ ਦੀ ਸੰਖਿਆ ਬਰਾਬਰ ਹੈ। ਬਰਾਬਰ ਦੀ 1 ਆਹ 2 ਆਹ 1 ਜਮਾ 2 ਤਾਂ 3 ਹੋਣੇ ਚਾਹੀਦੇ ਤੇ। ਫਿਰ ਇੱਧਰ ਕਿੰਨੇ ਆ ਐਰੋ ਦੇ? ਇੱਧਰ ਦੇਖੋ ਕਿੰਨੇ ਆ? 1 ਆਹ 1 ਆਹ ਕਿੰਨੇ ਆ? 2। ਇਹ ਤਾਂ ਪੰਗਾ ਹੀ ਪੈ ਗਿਆ। 3 2 ਦੇ ਬਰਾਬਰ ਤਾਂ ਹੁੰਦਾ ਹੀ ਨਹੀਂ ਕਦੇ, ਇਹ ਤਾਂ ਪੰਗਾ ਹੀ ਪੈ ਗਿਆ। 3 2 ਦੇ ਬਰਾਬਰ ਕਦੇ ਹੁੰਦਾ ਹੀ ਨਹੀਂ, ਠੀਕ ਹੈ। ਜੇਕਰ ਹਾਂ ਤਾਂ ਸਮੀਕਰਨ ਸੰਤੁਲਿਤ ਹੈ। ਜੇਕਰ ਹੁੰਦਾ ਇਹ ਇੱਧਰ ਵੀ 3 ਹੈ, ਉੱਧਰ ਵੀ 3 ਹੁੰਦੇ, ਤਾਂ ਮੈਂ ਕਿਆ ਕਹਿ ਦੇਣਾ? ਤਾਂ ਸਮੀਕਰਨ ਕਿਆ ਇਹ ਇਕੁਅਲ ਹੈ, ਕਿਆ ਇਹ ਮਤਲਬ ਸੰਤੁਲਿਤ ਹੈ, ਬੈਲੈਂਸਡ ਹੈ, ਠੀਕ ਹੈ। ਜੇਕਰ ਨਹੀਂ ਤਾਂ ਅਸੰਤੁਲਿਤ ਸਮੀਕਰਨ ਹੈ। ਜੇ ਨਹੀਂ ਹੈ ਤਾਂ ਇਹ ਕਿਹੜਾ ਹੋ ਜਾਣਾ? ਤਾਂ ਅਸੰਤੁਲਿਤ, ਮਤਲਬ ਅਨਬੈਲੈਂਸਡ। ਹੁਣ ਇਹ ਅਨਬੈਲੈਂਸਡ ਹੀ ਹੈ, ਠੀਕ ਹੈ, ਅਸੰਤੁਲਿਤ ਹੀ ਹੈ, ਇਹ ਅਸੰਤੁਲਿਤ ਸਮੀਕਰਨ ਹੀ ਹੈ, ਠੀਕ ਹੈ। ਕਿਉਂਕਿ ਸਮੀਕਰਨ ਦੇ ਦੋਵੇਂ ਪਾਸਿਆਂ ਦਾ ਪੁੰਜ ਬਰਾਬਰ ਨਹੀਂ ਹੈ। ਹੁਣ ਇੱਧਰ ਕਿਆ ਹੈ? ਇੱਧਰ 3 ਪਰਮਾਣੂ ਹੈ, ਇਹਨਾਂ ਦਾ ਭਾਰ ਕੁਛ ਅਲੱਗ ਹੋਣਾ, ਠੀਕ ਹੈ, ਭਾਰ ਨਹੀਂ ਪੁੰਜ, ਠੀਕ ਹੈ। ਇਹਨਾਂ ਦਾ ਪੁੰਜ ਕੁਛ ਅਲੱਗ ਹੋਣਾ ਤੇ ਇਹਨਾਂ ਦਾ ਪੁੰਜ ਮਾਸ ਕਹਿੰਦੇ ਜਿਹਨੂੰ ਅਸੀਂ, ਠੀਕ ਹੈ। ਇਹਨਾਂ ਦਾ ਪੁੰਜ ਕੁਛ ਅਲੱਗ ਹੋਣਾ ਤੇ ਇਹਨਾਂ ਦਾ ਕੁਛ ਅਲੱਗ ਹੋਣਾ। ਇਹ ਤਾਂ ਬਰਾਬਰ ਚਾਹੀਦੇ ਤੇ ਸਾਨੂੰ, ਠੀਕ ਹੈ ਨਾ, ਸਮਝ ਗਏ। ਤੇ ਫਿਰ ਇਹਦਾ ਕੋਈ ਤਰੀਕਾ ਵੀ ਆਊਗਾ, ਉਹ ਅਸੀਂ ਅੱਗੇ ਜਾ ਕੇ ਪੜਾਂਗੇ, ਠੀਕ ਹੈ। ਪਹਿਲਾਂ ਦੇਖੋ ਕੀ ਹੈ। ਕਿਸੇ ਕਿਰਿਆ ਦਾ ਅਜਿਹਾ ਰਸਾਇਣਿਕ ਸਮੀਕਰਨ ਪਿੰਜਰ ਰਸਾਇਣਿਕ ਸਮੀਕਰਨ ਜਾਂ ਸਕੈਲੇਟਲ ਕੈਮੀਕਲ ਇਕੁਏਸ਼ਨ
ਕਹਾਉਂਦਾ ਹੈ। ਹੁਣ ਇਹ ਜਿਹੜਾ ਥਾ ਇਹਨੂੰ ਮੈਂ ਕਿਆ ਕਹਿੰਦਾ, ਸਕੈਲੇਟਲ ਕੈਮੀਕਲ ਇਕੁਏਸ਼ਨ। ਆ ਜਿਹੜੀ ਲਿਖੀ ਹੈ ਨਾ ਮੈਂ, ਇਹਨੂੰ ਕੀ ਕਹਿੰਦਾ, ਇਹਦਾ ਨਾਮ ਕੀ ਰੱਖਿਆ ਮੈਂ, ਸਕੈਲੇਟਲ ਕੈਮੀਕਲ ਇਕੁਏਸ਼ਨ। ਕੀ ਲਿਖਿਆ, ਪਿੰਜਰ ਰਸਾਇਣਿਕ ਸਮੀਕਰਨ। ਸਮਝ ਗਏ? ਠੀਕ ਹੈ। ਇਸ ਤਰ੍ਹਾਂ ਸਮੀਕਰਨ 1.2 ਜਿਹੜਾ ਅਸੀਂ ਆਹ ਲਿਖਿਆ ਨਾ ਮੈਗਨੀਸ਼ੀਅਮ ਵਾਲਾ 1.2 ਇਹ ਵਾਲਾ, ਠੀਕ ਹੈ, 1.2 ਮੈਗਨੀਸ਼ੀਅਮ ਦੀ ਹਵਾ ਵਿੱਚ ਜਲਣ ਦੀ ਪਿੰਜਰ ਰਸਾਇਣਿਕ ਸਮੀਕਰਨ ਹੈ। ਮਤਲਬ ਇਹ ਕਿਹਾ ਜਿਹੜਾ ਇਹ ਹੈ ਨਾ, ਇਹ ਮੈਗਨੀਸ਼ੀਅਮ ਦਾ ਹਵਾ ਦੇ ਵਿੱਚ ਮੈਗਨੀਸ਼ੀਅਮ ਦਾ ਹਵਾ ਵਿੱਚ ਜਲਣ ਦਾ, ਠੀਕ ਹੈ, ਕਿਆ ਇਹ ਮੈਗਨੀਸ਼ੀਅਮ ਦਾ ਹਵਾ ਦੇ ਵਿੱਚ ਜਲਣ ਦਾ ਕੀ ਹੈ, ਪਿੰਜਰ ਰਸਾਇਣਿਕ ਸਮੀਕਰਨ। ਇਹ ਕਿਆ ਲਿਖਿਆ ਵਾ ਮੈਂ, ਇਹ ਜਿਹੜਾ ਮੈਂ ਬਣਾਇਆ ਜੋ ਵੀ ਲਿਖਿਆ ਨਾ ਇਹ ਕਿਆ ਬਣ ਗਿਆ ਉਹਦਾ, ਪਿੰਜਰ ਰਸਾਇਣਿਕ ਸਮੀਕਰਨ, ਸਕੈਲੇਟਲ ਕੈਮੀਕਲ ਇਕੁਏਸ਼ਨ। ਸਮਝ ਗਏ ਨਾ? ਹੁਣ ਇੱਥੇ ਇੱਕ ਪੰਗਾ ਤੁਸੀਂ ਦੇਖਿਆ ਨਾ, ਇੱਧਰ 3 ਚੀਜ਼ਾਂ ਤੀਆਂ, ਉੱਧਰ 2 ਚੀਜ਼ਾਂ ਤੀਆਂ। ਇਹ ਤਾਂ ਬਹੁਤ ਬੜਾ ਪੰਗਾ, ਇਹ ਤਾਂ ਬਰਾਬਰ ਹੋਣੇ ਚਾਹੀਦੇ। ਕੋਈ ਇੱਦਾਂ ਹੋ ਸਕਦਾ ਕਦੇ ਬਈ ਪਹਿਲਾਂ 3 ਬੰਦੇ ਕਮਰੇ 'ਚ ਗਏ ਤੇ ਅੰਦਰ ਜਾ ਕੇ 2 ਹੋ ਗਏ? ਉਹ ਇੱਦਾਂ ਤਾਂ ਹੋ ਨਹੀਂ ਸਕਦਾ। ਅੰਦਰ ਵੀ 3 ਹੀ ਪਹੁੰਚੇ ਹੋਣੇ, ਹੈ ਨਾ। ਜੇਕਰ ਸਾਡੇ ਖੱਬੇ ਪਾਸੇ ਤੋਂ 3 ਬੰਦੇ ਸੱਜੇ ਪਾਸੇ ਨੂੰ ਜਾ ਰਹੇ ਤਾਂ ਸੱਜੇ ਪਾਸੇ ਵੀ 3 ਹੀ ਪੁੱਜਣੇ, ਤੇ ਇੱਕ ਬੰਦਾ ਗਾਇਬ ਥੋੜਾ ਨਾ ਹੋ ਜਾਣਾ, ਤਾਂ ਉੱਧਰ 2 ਥੋੜਾ ਨਾ ਰਹਿ ਜਾਣੇ, ਤੇ ਹੈ ਨਾ। ਮਤਲਬ ਇਹਦੇ ਵਿੱਚ ਕੋਈ ਨਾ ਕੋਈ ਕਮੀ ਆ ਹਜੇ ਵੀ, ਠੀਕ ਹੈ। ਉਸ ਕਮੀ ਨੂੰ ਅਸੀਂ ਦੂਰ ਕਰਨਾ। ਇਹ 3 ਇੱਧਰ 2, ਮਤਲਬ ਇਹਨਾਂ ਦੋਨਾਂ ਨੂੰ ਕਿਸੇ ਤਰ੍ਹਾਂ ਅਸੀਂ ਬਰਾਬਰ ਕਰਨਾ, ਠੀਕ ਹੈ, ਕੋਈ ਤਰੀਕਾ ਲੱਭਣਾ। ਤੇ ਉਸੇ ਤਰੀਕੇ ਨੂੰ ਅਸੀਂ ਕਿਆ ਕਹਿੰਦੇ, ਬੈਲੈਂਸਡ ਕੈਮੀਕਲ ਇਕੁਏਸ਼ਨ। ਅਸੀਂ ਕੀ ਕਰਨਾ, ਇਹਨਾਂ ਜਦ ਮੈਂ 3 ਜਾਂ 2 ਇਹਨਾਂ ਨੇ ਕਿਸੇ ਤਰ੍ਹਾਂ ਚੀਜ਼ਾਂ ਨੇ ਕਿਸੇ ਤਰ੍ਹਾਂ ਬਰਾਬਰ ਹੋ ਜਾਣਾ, ਇਹਦੇ ਪਰਮਾਣੂ ਜਦ ਬਰਾਬਰ ਹੋ ਜਾਣੇ, ਉਹਨੂੰ ਮੈਂ ਕਿਆ ਕਹਿ ਦੇਣਾ, ਬੈਲੈਂਸਡ ਕੈਮੀਕਲ ਇਕੁਏਸ਼ਨ, ਸੰਤੁਲਿਤ ਰਸਾਇਣਿਕ ਸਮੀਕਰਨ। ਠੀਕ ਹੈ ਬੱਚਿਓ, ਇਹ ਅਸੀਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ। ਸੰਤੁਲਿਤ ਰਸਾਇਣਿਕ ਸਮੀਕਰਨ, ਬੈਲੈਂਸਡ ਕੈਮੀਕਲ ਇਕੁਏਸ਼ਨ ਅਗਲੀ ਵੀਡੀਓ ਦੇ ਵਿੱਚ ਕਰਾਂਗੇ। ਠੀਕ ਹੈ। ਜੇਕਰ ਤੁਹਾਨੂੰ ਇੱਥੇ ਦਾ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਨੀਚੇ, ਠੀਕ ਹੈ, ਟਾਈਪ ਕਰ ਦਿਓ। ਤੇ ਅਗਲੀ ਵੀਡੀਓ ਅਸੀਂ ਕੁਝ ਥੋੜ੍ਹੇ ਹੀ ਸਮੇਂ ਦੇ ਵਿੱਚ ਪਾ ਦੇਵਾਂਗੇ, ਜਿਸ ਦੇ ਵਿੱਚ ਤੁਹਾਡੇ ਇਹਨਾਂ ਕੁਐਸਚਨਾਂ ਦਾ ਆਨਸਰ ਦਿੱਤਾ ਜਾਵੇਗਾ ਪਹਿਲਾਂ। ਠੀਕ ਹੈ ਜੀ, ਓਕੇ ਜੀ, ਧੰਨਵਾਦ।